ਮੈਨੂੰ ਲੱਗਦਾ है कि पहली वार ये इतिहास ਦੇ ਵਿੱਚ ਹੋਏਗਾ कि कोई वैद अपना फार्मूला लाइव होके कल्ली कल्ली चीज़ ਜਿਹੜੀ ਲੋਕਾਂ ਨੂੰ ਸਿਖਾਉਣਗੇ। मैं मर गया तो मेरे नाल ही नुस्खे नस्के सारे मर जाने जिन्ने के ग्रंथ आ घरदिਆਂ ने रद्दी 'ਚ ਵੇਚ देने तो कहानी खत्म हो जानी। फार्मूला तैयार करना है लाइव, ये किस चीज़ ਦਾ फार्मूला? ਇਹ फार्मूला ਜਿਹੜੇ ਲੋਕ ਨੇ ਜਿਨ੍ਹਾਂ ਦੀ ਪੈਨਿਸ ਸ਼ਰਿੰਕ ਕਰ ਜਾਂਦੀ ਹੈ ਜਾਂ ਉਹ ਡਾਇਬੀਟੀਜ਼ ਕਰਕੇ ਸੈਕਸ ਦੇ ਮਰੀਜ਼ ਨੇ, कई बंदे जिन्हों का मन इस पासे तो बुझ जाता गा, ਜਾਂ कई बंदे ने हारमोनल इनबैलेंस ने, और बहुत सारे बंदे आ ਜਿਹੜੇ ਕਿਸੇ ਬਿਮਾਰੀ ਤੋਂ ਬਾਅਦ ਕਿਸੇ ਸੈਕਸ ਰਿਲੇਟਡ ਪ੍ਰੋਬਲਮ ਜਿਨ੍ਹਾਂ ਨੂੰ ਹੁੰਦੀ ਹੈ, ਇਹ ਉਹਨਾਂ ਮਰੀਜ਼ਾਂ ਵਾਸਤੇ ਇਹ ਫਾਰਮੂਲਾ ਅਸੀਂ ਬਣਾਉਂਦੇ ਹਾਂ। ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਹੁਣ ਤੱਕ ਆਪਣਾ ਆਰਥਿਕ ਸ਼ੋਸ਼ਣ ਕਰਵਾ ਚੁੱਕੇ ਨੇ, ਮਾਨਸਿਕ ਸ਼ੋਸ਼ਣ ਕਰਵਾ ਚੁੱਕੇ? ਜਿਹੜਾ ਬੱਚਾ ਅੱਜ 20-25 ਸਾਲ ਦਾ ਹੀ ਸੈਕਸ ਦੀਆਂ ਦਵਾਈਆਂ ਖਾਣੀਆਂ ਯੂਜ਼ ਕਰ ਰਿਹਾ ਜਾਂ ਵਰਤ ਰਿਹਾ, ਤੇ ਕਦੋਂ ਪਹਾੜ ਜਿੱਡੀ ਜ਼ਿੰਦਗੀ 50-60 ਸਾਲ ਦੀ, 70 ਸਾਲ ਦੀ ਉਮਰ, 80 ਸਾਲ ਦੀ ਇਹਦੀ ਕਦੋਂ ਹੋਈ? ਪਰ ਇਹ ਜਿੰਨੇ ਵੀ ਲੀਵਸ ਅਸੀਂ ਜੜੀ ਬੂਟੀਆਂ ਤੋਂ ਬਣਾਉਂਦੇ ਆ, ਇਹ ਹਿੰਦੁਸਤਾਨੀ ਜੜੀ ਬੂਟੀ ਨਹੀਂ ਹੈਗੀ। ਜਿਵੇਂ ਮੈਂ ਸਿੰਪਲ ਤੁਹਾਨੂੰ ਦਿਖਾਉਣਾ ਚਾਹੂੰਗਾ, ਯਾਸਾ ਗੁੰਬਾ ਗਾ, ਹੌਰਸ ਚਸਟ ਨਟਸ ਆ, ਹੌਰਨੀ ਗੋਡਵੀਟ ਆ, ਤੇ ਟੌਂਕਟਲੀ ਆ। ਇਹ ਚਾਰ ਇੱਕ ਐਸੇ ਜੜੀਆਂ ਬੂਟੀਆਂ ਨੇ ਜਿਨ੍ਹਾਂ ਦਾ ਰਿਜ਼ਲਟ ਜਿਹੜਾ ਗਾ ਉਹ काबिल तारीफ जी। सफ़ैद मूसली सालम पंजा सालम मिश्री तगर तालम खाना बीजो टंकन लाजवंती रेग माही जैफल जवतरी, ये आम चीज़ां सब तो पहला सानू पता होनी चाहिए। हुण जैफल जवतरी दालचीनी सुंड ते मगा, इन्हां दी तसीर इन्नी गर्म है कि जे तुसीं छोटे बच्चे नूं दोगे तो 3 दिनों बाद सुपनदोश करन ला दू जी। ਜੇ ਤੁਸੀਂ ਉਹਨੂੰ ਠੰਡੀ ਤਸੀਰ ਦੀ ਦਵਾਈ ਦਿੰਦੇ ਹੋ ਤੇ ਉਹਦਾ ਸਿਮਨ ਅੰਦਰ ਰੁਕਦਾ, ਤੇ ਸਿਮਨ ਗਾੜਾ ਵੀ ਹੁੰਦਾ, ਬੀਜ ਪਤਲਾ ਹੁਣ ਹਟਦਾ, ਕਾਮ ਵਾਸ਼ਨਾ ਉਤੇਜਨਾ ਉਹਦੇ ਕੰਟਰੋਲ 'ਚ ਰਹਿੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕੋਈ ਫਾਰਮੂਲਾ, ਕੋਈ ਨੁਸਖਾ ਕਿਸੇ ਵੇਦ ਹਕੀਮ ਦਾ ਜਿਹੜਾ ਉਮਰ ਭਰ ਦੀ ਕਮਾਈ ਹੁੰਦਾ ਹੈ, ਔਰ ਸਾਡੇ ਜਿਹੜਾ ਰਿਵਾਜ਼ ਹੈਗਾ ਔਰ ਜੋ ਸਾਡੀ ਮਾਨਸਿਕਤਾ ਹੈਗੀ ਹੈ ਉਹ ਇਹ ਬਣੀ ਹੋਈ ਹੈ ਕਿ ਜੋ ਫਾਰਮੂਲਾ, ਜੋ ਕੋਈ ਦਵਾਈ ਕੰਮ ਦੀ, ਕੋਈ ਦੇਸੀ ਦਵਾਈ ਜਿਹੜੀ ਨੁਸਖਾ ਸਾਡੇ ਕੋਲ ਹੈ, ਸਾਡੇ ਪਰਿਵਾਰ ਕੋਲ ਆ, ਅਸੀਂ ਕਿਸੇ ਨੂੰ ਨਹੀਂ ਦਿੰਦੇ। ਪਰ ਅੱਜ ਤੁਹਾਨੂੰ ਜਿਹੜਾ ਇੱਕ ਅਜਿਹੇ ਵੈਦ ਨਾਲ ਮਿਲਾਉਣ ਜਾ ਰਹੇ ਹਾਂ ਜੋ ਆਪਣੀ ਉਮਰ ਭਰ ਦੀ ਜਿਹੜੀ ਕਮਾਈ ਹੈ, ਉਮਰ ਭਰ ਦਾ ਜਿਹੜਾ ਨੁਸਖਾ ਹੈ, ਜਿਹੜਾ ਉਹਨਾਂ ਨੂੰ ਖਾਨਦਾਨ ਦੇ ਵਿੱਚੋਂ ਮਿਲਿਆ ਸੀ, ਅੱਜ ਲਾਈਵ ਹੋ ਕੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਹਾਨੂੰ ਅਸੀਂ ਦਿਖਾਵਾਂਗੇ। ਅਚਾਨਕ ਅਸੀਂ ਪਹੁੰਚੇ ਸੀ ਵੈਦ ਜਗਦੀਪ ਜੀ ਹੋਰਾਂ ਕੋਲ, ਤੇ ਉਹ ਟ੍ਰੇਨਿੰਗ ਲੈ ਰਹੇ ਸੀ ਬੱਚਿਆਂ ਦੀ। ਜਿਵੇਂ ਕਿ ਉਹ ਦਾਅਵਾ ਕਰਦੇ ਨੇ, ਜਿਵੇਂ ਕਿ ਉਹ ਦੱਸਦੇ ਨੇ ਕਿ ਆਓ ਸਾਡੇ ਕੋਲ, ਅਸੀਂ ਤੁਹਾਨੂੰ ਦਵਾਈਆਂ ਬਣਾਉਣੀਆਂ, ਦੇਸੀ ਦਵਾਈਆਂ ਬਣਾਉਣੀਆਂ ਦੱਸਦੇ ਹਾਂ, ਤਾਂ ਕਿ ਸਮਾਜ ਦਾ ਅਸੀਂ ਭਲਾ ਕਰ ਸਕੀਏ, ਲੋਕਾਂ ਨੂੰ ਜਿਹੜੇ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਸਕੀਏ, ਲੋਕਾਂ ਦੀ ਜਿਹੜੀ ਮਰਦਾਨਾ ਤਾਕਤ ਦੇ ਨਾਂ 'ਤੇ ਜਿਹੜੀਆਂ ਦਵਾਈਆਂ ਵੇਚ ਕੇ ਮਾਨਸਿਕ ਤੇ ਆਰਥਿਕ ਲੁੱਟ ਹੋ ਰਹੀ ਹੈ ਉਸ ਨੂੰ ਬਚਾਇਆ ਜਾ ਸਕੇ। ਤਸਵੀਰਾਂ ਤੁਹਾਨੂੰ ਇੱਕ ਵਾਰ ਅਸੀਂ ਦਿਖਾ ਦਿੰਦੇ ਹਾਂ। ਇਹ ਤਸਵੀਰਾਂ ਨੇ ਅੱਜ ਜਿਹੜਾ ਲਾਈਵ ਨੁਸਖਾ ਜਿਹੜਾ ਵੈਦ ਜਗਦੀਪ ਸਿੰਘ ਆਪਣੇ ਕੀਤੇ ਹੋਏ करार ਦੇ ਮੁਤਾਬਕ ਲਾਈਵ ਹੋ ਕੇ, ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹ ਇਤਿਹਾਸ ਦੇ ਵਿੱਚ ਹੋਏਗਾ ਕਿ ਕੋਈ ਵੈਦ ਆਪਣਾ ਫਾਰਮੂਲਾ ਲਾਈਵ ਹੋ ਕੇ ਕੱਲੀ ਕੱਲੀ ਚੀਜ਼ ਜਿਹੜੀ ਲੋਕਾਂ ਨੂੰ ਸਿਖਾਉਣਗੇ। ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਜਿਹੜੇ ਖੜੇ ਹੋਏ ਨੌਜਵਾਨ ਵੀ ਨੇ ਜਿਨ੍ਹਾਂ ਨੂੰ ਉਹ ਟ੍ਰੇਨਿੰਗ ਦੇ ਰਹੇ ਨੇ, ਬਾਕਾਇਦਗੀ ਨਾਲ ਸਮਝਾ ਵੀ ਰਹੇ ਨੇ ਔਰ ਦੱਸ ਵੀ ਰਹੇ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਰੋਜ਼ੀ ਰੋਟੀ ਚਲਾਉਣ ਤੋਂ ਬਾਅਦ ਕਿੰਨੀ ਕੁ ਕਮਾਈ ਕਰਕੇ ਲੋਕਾਂ ਦਾ ਜਿਹੜਾ ਉਹ ਭਲਾ ਕਰਨਾ ਹੈ। ਸੋ ਵੈਦ ਜੀ, ਇੱਕ ਵਾਰ ਫਿਰ ਬਹੁਤ-ਬਹੁਤ ਤੁਹਾਡਾ ਸਵਾਗਤ ਹੈ, ਔਰ ਮੈਨੂੰ ਬੜਾ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਆਪਣੇ ਕੀਤੇ ਹੋਏ ਜਿਹੜਾ ਕਰਾਰ ਕੀਤਾ ਹੋਇਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਨੌਜਵਾਨਾਂ ਨੂੰ, ਨੌਜਵਾਨ ਪੀੜ੍ਹੀ ਨੂੰ ਵਹਿਮਾਂ ਭਰਮਾਂ 'ਚੋਂ ਕੱਢਾਂਗੇ, ਭਸਮਾਂ ਵਾਲੇ ਵਹਿਮਾਂ ਭਰਮਾਂ 'ਚੋਂ। ਕੋਈ ਸੋਨਾ ਭਸਮ ਖਵਾ ਕੇ ਖਰਾਬ ਕਰ ਰਿਹਾ ਸਰੀਰ, ਕੋਈ ਚਾਂਦੀ ਭਸਮ, ਕੋਈ ਹੀਰਾ ਭਸਮ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭਸਮਾਂ ਨੇ ਉਹਨਾਂ ਦੇ ਜਿਹੜਾ ਛੁਟਕਾਰਾ ਉਹਨਾਂ ਦਾ ਛੁਟਕਾਰਾ ਕਰਵਾਉਣ ਜਾ ਰਹੇ ਹੋ। ਅੱਜ ਤੁਸੀਂ ਫਾਰਮੂਲਾ ਤਿਆਰ ਕਰਤਾ ਹੈ, ਜਿਹੜਾ ਫਾਰਮੂਲਾ ਤਿਆਰ ਕਰਨਾ ਹੈ ਲਾਈਵ, ਇਹ ਕਿਸ ਚੀਜ਼ ਦਾ ਫਾਰਮੂਲਾ ਹੈ? ਔਰ ਇਹ ਤਰੀਕੇ ਨਾਲ ਤੁਸੀਂ ਅੱਜ ਕੱਲ੍ਹ ਦੇ ਜਿਹੜੇ ਵੇਦ ਨੇ ਉਹ ਤਾਂ ਦਵਾਈਆਂ ਲੁਕੋ ਕੇ ਦਿੰਦੇ ਨੇ। ਫੁਰਕੀ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਮਹਾਰਾਜ ਨੇ ਕਿਰਪਾ ਕੀਤੀ ਤੁਸੀਂ ਅਚਾਨਕ ਜਦੋਂ ਅੱਜ ਆਏ ਹੋ। ਨੁਸਖੇ ਆਪਣੇ ਤੋਂ ਬਹੁਤ ਅੱਛੇ ਨੁਸਖੇ ਬਣਾਉਣ ਵਾਲੇ ਦੁਨੀਆ 'ਤੇ ਵੈਦ ਹਕੀਮ ਹੋਏ ਆ, ਅਤੇ ਪੁਰਾਤਨ ਕਾਲ ਦੇ ਵਿੱਚ ਤਾਂ ਨਵਜ ਫੜ ਕੇ ਤੇ 2 ਦਿਨ ਪੁਰਾਣੀ ਰੋਟੀ ਦੱਸਦੇ ਰਹੇ ਆ। ਬਹੁਤ ਵੱਡੀ ਕਿਰਪਾ ਹੈ ਸਰਦਾਰ ਕੇਸਰ ਸਿੰਘ ਜੀ ਹੋਣਾ ਦੀ, ਅਤੇ ਬਜ਼ੁਰਗਾਂ ਦਾ ਬੜਾ ਆਸ਼ੀਰਵਾਦ ਹੈ। ਫਾਰਮੂਲਾ ਉਹਨਾਂ ਨੇ ਤਕਰੀਬਨ ਬਹੁਤ ਸਾਲ ਬਣਾਇਆ ਜੀ ਇਹ। ਅਤੇ ਦੂਸਰੀ ਗੱਲ ਹੈ ਵੀ ਹੁਣ ਸਮੇਂ ਅਨੁਸਾਰ ਡਿਮਾਂਡ ਵੀ ਆ
ਕਿ ਜਿੰਨੇ ਜ਼ਿਆਦਾ ਬੱਚੇ ਸਿੱਖ ਜਾਣਗੇ, ਆਪਣੀ ਬੁਨਿਆਦ ਕੋਈ ਨਹੀਂ, ਐਕਸਪਾਇਰੀ ਡੇਟ ਹੈਗੀ ਆ, ਉਹ ਪ੍ਰਮਾਤਮਾ ਨੇ ਪਾ ਕੇ ਦਿੱਤੀ ਹੈ ਤੇ ਮਰ ਆਪਾਂ ਜਾਣਾ ਜੀ। ਪਰ ਮੇਰੀ ਆਪਣੀ ਕੋਸ਼ਿਸ਼ ਆ ਵੀ ਜਿੰਨੀ ਜ਼ਿਆਦਾ ਇਹ ਗਿਆਨ ਵੰਡਿਆ ਜਾਵੇ, ਜਿੰਨੇ ਜ਼ਿਆਦਾ ਲੋਕ ਸਿੱਖ ਜਾਣਗੇ, ਚਾਹੇ ਕੋਈ ਪੈਸੇ ਲੈ ਕੇ ਵੀ ਕਿਸੇ ਦਾ ਭਲਾ ਕਰ ਰਿਹਾ ਹੈ, ਤੇ ਮੈਂ ਸਮਝਦਾ ਵੀ ਉਹ ਵੀ ਇੱਕ ਪੁੰਨ ਦਾ ਕੰਮ ਹੈ। ਨਹੀਂ ਮੈਂ ਮਰ ਗਿਆ ਤੇ ਮੇਰੇ ਨਾਲ ਹੀ ਨੁਸਖੇ ਨਸਕੇ ਸਾਰੇ ਮਰ ਜਾਣੇ ਆ। ਜਿੰਨੇ ਕੁ ਗ੍ਰੰਥ ਆ ਉਹ ਘਰਦਿਆਂ ਨੇ ਰੱਦੀ 'ਚ ਵੇਚ ਦੇਣੇ ਤੇ ਕਹਾਣੀ ਖਤਮ ਹੋ ਜਾਣੀ ਹੈ ਜੀ। ਸੋ ਇਸ ਕਰਕੇ ਮੇਰੀ ਆਪਣੀ ਕੋਸ਼ਿਸ਼ ਹੈ ਵੀ ਬਹੁਤ ਸਾਰੇ ਬੱਚੇ ਜਿਹੜੇ ਕਿ ਸਿੱਖ ਜਾਣ। ਜਿਵੇਂ ਬੌਲੀ ਵਾਸਤੇ ਵੀ ਬਹੁਤ ਸਾਰੀ ਟ੍ਰੇਨਿੰਗ ਅਸੀਂ ਲਾਈ ਹੈ। ਇਹ ਵੀ ਸੈਕਸ ਦਾ ਫਾਰਮੂਲਾ ਗਾ, ਜਿਹੜਾ ਵੀ ਜਿਹਦੇ 'ਚ ਸੋਨਾ ਭਸਮ ਨੂੰ ਛੱਡ ਕੇ ਬਹੁਤ ਸਾਰੀਆਂ ਭਸਮਾਂ ਇਹੋ ਜਿਹੀਆਂ ਨੇ ਜਿਹੜੀਆਂ ਭਸਮਾਂ ਆਮ ਤੌਰ 'ਤੇ ਵੈਦ ਹਕੀਮ ਯੂਜ਼ ਨਹੀਂ ਕਰਦੇ ਜਾਂ ਉਹ ਬਣਾਉਂਦੇ ਨਹੀਂ। ਅਤੇ ਕੁਛ ਲੋਕਾਂ ਦਾ ਧਾਰਨਾ ਬਣ ਗਈ ਹੈ ਵੀ ਸੋਨੇ ਦੇ ਨਾਮ ਦੇ ਉੱਤੇ ਜਿਵੇਂ ਸੋਨਾ ਪਾਤਾ, ਚਾਂਦੀ ਪਾਤੀ ਜਾਂ ਹੀਰਾ ਭਸਮ ਪਾਤੀ, ਉਹਦੇ ਸਿਰ 'ਤੇ ਵੀ ਪੈਸੇ ਬਣਦੇ। ਉਹ ਪੈਸੇ ਤੁਸੀਂ ਇੱਕ ਵਾਰ ਤਾਂ ਜ਼ਰੂਰ ਕਿਸੇ ਤੋਂ ਲੈ ਸਕਦੇ ਹੋ, 20 30 40 50 ਹਜ਼ਾਰ ਰੁਪਈਆ, ਪਰ ਦੂਸਰੀ ਵਾਰ ਤੁਹਾਡੇ ਕੋਲ ਪੇਸ਼ੈਂਟ ਨਹੀਂ ਆਉਂਦਾ ਅਤੇ ਉਹ ਸਮਝਦਾ ਪੇਸ਼ੈਂਟ ਕਿ ਮੇਰੇ ਨਾਲ ਲੁੱਟ ਹੋ ਰਹੀ ਹੈ। ਪਰ ਹੈ ਇਹ ਐਡਾ ਵੱਡਾ ਪੁੰਨ ਦਾ ਕੰਮ ਵੀ ਜੇ ਤੁਸੀਂ ਇਨਸਾਨੀਅਤ ਨੂੰ ਉਹ ਦੇਖਦੇ ਹੋ ਕਿ ਇੱਕ ਬੰਦੇ ਦੀ ਗ੍ਰਸਤੀ ਜ਼ਿੰਦਗੀ 'ਚ ਅਗਰ ਉਹ ਕਿਤੇ ਕਿਸੇ ਪ੍ਰੋਬਲਮ 'ਚ ਆ ਗਿਆ, ਜਾਂ ਉਹਦੇ ਤੋਂ ਬਚਪਨ ਦੀ ਕੋਈ ਗਲਤੀ ਹੋ ਗਈ, ਜਾਂ ਕਿਸੇ ਗਲਤ ਹੱਥ 'ਤੇ ਚੜ੍ਹ ਗਿਆ, ਜਾਂ ਉਹਨੂੰ ਕਿਸੇ ਪ੍ਰੋਬਲਮ ਕਿਸੇ ਹੋਰ ਬਿਮਾਰੀ ਕਰਕੇ ਉਹਨੂੰ ਕੋਈ ਮਰਦਾਨਾ ਕਮਜ਼ੋਰੀ ਹੈ, ਉਹ ਸਾਡੇ ਬੱਚਿਆਂ ਵਰਗਾ ਹੀ ਬੱਚਾ। ਮੈਂ ਇਹ ਸਮਝਦਾ ਕਿ ਪੂਰੇ ਦੇਸ਼ ਦੇ ਬੱਚੇ ਮੇਰੇ, ਚਾਹੇ ਉਹ ਛੋਟੇ ਨੇ ਮੇਰੇ ਤੋਂ ਤਾਂ ਮੇਰੇ ਭਰਾ ਵਰਗੇ ਆ, ਮੇਰੇ ਤੋਂ ਵੱਡੇ ਆ ਤਾਂ ਮੇਰੇ ਤੋਂ ਮੇਰੇ ਮਾਤਾ ਪਿਤਾ ਵਰਗੇ ਆ। ਸਾਰੀ ਦੁਨੀਆ ਦਾ ਇੱਕ ਹਿਕਮਤ ਇਹ ਗੱਲ ਕਹਿੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਦਵਾਈ ਦੇਣੀ ਹੈ, ਤਾਂ ਮੈਨੂੰ ਬਜ਼ੁਰਗਾਂ ਨੇ ਇਹੀ ਗੱਲ ਸਿਖਾਈ ਹੈ ਕਿ ਜਿਹਨੂੰ ਤੂੰ ਦਵਾਈ ਕੁਰਸੀ 'ਤੇ ਬੈਠ ਕੇ ਦੇਣੀ ਹੈ ਨਾ, ਅਤੇ ਮਰੀਜ਼ ਦੀ ਕੁਰਸੀ 'ਤੇ ਤੂੰ ਆਪਦੇ ਆਪ ਨੂੰ ਇਹ ਸੋਚ ਕੇ ਬਹਿਣਾ ਕਿ ਉਹ ਮੈਂ ਉੱਥੇ ਬੈਠਾ ਅਤੇ ਉਹ ਵੈਦ ਇੱਥੇ ਬੈਠਾ ਗਾ। ਜਦੋਂ ਤੁਸੀਂ ਇਹ ਸੋਚ ਕੇ ਕੰਮ ਕਰਦੇ ਹੋ ਤਾਂ ਫਿਰ ਪਰਮਾਤਮਾ ਤੁਹਾਡਾ ਸਾਥ ਵੀ ਦਿੰਦਾ। ਬਾਕੀ ਨੁਸਖੇ ਮੇਰੇ ਨੂੰ ਬਹੁਤ ਅੱਛੇ ਅੱਛੇ ਲੋਕ ਬਣਾਉਂਦੇ ਆਏ ਆ, ਪਰ ਇਹ ਜਿੰਨੇ ਵੀ ਲੀਵਸ ਅਸੀਂ ਜੜੀ ਬੂਟੀਆਂ ਤੋਂ ਬਣਾਉਂਦੇ ਆ, ਇਹ ਹਿੰਦੁਸਤਾਨੀ ਜੜੀ ਬੂਟੀ ਨਹੀਂ ਹੈਗੀ। ਜਿਵੇਂ ਮੈਂ ਸਿੰਪਲ ਤੁਹਾਨੂੰ ਦਿਖਾਉਣਾ ਚਾਹੂੰਗਾ, ਯਾਸਾ ਗੁੰਬਾ ਗਾ, ਹੌਰਸ ਚਸਟ ਨਟਸ ਆ, ਹੌਰਨੀ ਗੌਡਵੀਟ ਅਤੇ ਟੌਂਕਟਲੀ ਆ। ਇਹ ਚਾਰ ਇੱਕ ਐਸੇ ਜੜੀਆਂ ਬੂਟੀਆਂ ਨੇ ਜਿਨ੍ਹਾਂ ਦਾ ਰਿਜ਼ਲਟ ਜਿਹੜਾ ਗਾ ਉਹ ਕਾਬਿਲੇ ਤਾਰੀਫ ਮਤਲਬ ਕਰ ਸਕਦੇ ਹਾਂ ਆਪਾਂ। ਇਰਾਨੀ ਕੇਸਰ ਆ ਇਹਦੇ 'ਚ ਪੈਂਦਾ। ਇਰਾਨੀ ਕੇਸਰ ਤਾਂ ਜੀ ਜ਼ਿਆਦਾਤਰ ਸਾਡਾ ਪੀਲੇ ਰੰਗ ਦਾ ਹੁੰਦਾ ਹੈ। ਤੇ ਇਹ ਜਿਹੜਾ ਇਰਾਨੀ ਕੇਸਰ ਆ ਜੀ, ਇਹ ਤੁਸੀਂ ਜਦੋਂ ਦੇਖੋਗੇ ਵੀ ਇਹਦੀ ਖੁਸ਼ਬੂ ਵੀ ਦੇਖੋਗੇ ਤੇ ਕੱਲਾ ਪੀਸ ਜਦੋਂ ਤੁਸੀਂ ਇਹ ਧਰੋਗੇ ਤੇ ਬਹੁਤ ਗਰਮ ਹੁੰਦਾ, ਔਰ ਇਹਨੂੰ ਤੁਸੀਂ ਇਕੱਲੀ ਇੱਕ ਤੁਰੀ ਆਪਾਂ ਜਦੋਂ ਲੈਂਦੇ ਆ ਤੇ ਪਤਾ ਲੱਗ ਜਾਣਾ ਤੁਹਾਨੂੰ ਜੀ। ਸਿੰਗਲ ਪੀਸ ਇੱਕ ਜਦੋਂ ਆਪਾਂ ਇਹਨੂੰ ਲੈਂਦੇ ਹਾਂ ਤਾਂ ਇੱਕ ਸਿੰਗਲ ਪੀਸ ਨੇ ਪਤਾ ਲੱਗ ਜਾਣਾ ਗਾ ਜੀ। ਇਸ ਤਰ੍ਹਾਂ ਹੀ ਜਿਵੇਂ ਕੇਸਰ ਆ, ਐਵੇਂ ਜਿਵੇਂ ਰੂਮੀ ਮਸਤਗੀ ਹੈ, ਇਹ ਜਿੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ, ਮੇਰੀ ਕੋਸ਼ਿਸ਼ ਆ ਵੀ ਜਿਹੜੇ ਬੱਚੇ ਮੇਰੇ ਤੋਂ ਇਹ ਸਿੱਖ ਰਹੇ ਆ ਵੀ ਇਹ ਇੰਨੀ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਮੇਰੀ ਆਪਣੀ ਕੋਸ਼ਿਸ਼ ਰਹੀ ਹੈ। ਜਿਵੇਂ ਮਾਂ ਬਾਪ ਦੀ ਕੋਸ਼ਿਸ਼ ਹੁੰਦੀ ਹੈ ਵੀ ਬੰਦਾ, ਮਾਂ ਬਾਪ ਹਮੇਸ਼ਾ ਸਾਰੀ ਦੁਨੀਆ ਤੋਂ ਜਿੱਤਣਾ ਚਾਹੁੰਦੇ ਆ ਪਰ ਆਪਦੇ ਬੱਚਿਆਂ ਤੋਂ ਹਾਰਨਾ ਚਾਹੁੰਦੇ ਆ। 100% ਮਾਂ ਬਾਪ ਇਹ ਸੋਚਦੇ ਵੀ ਜਿੰਨੀ ਮਿਹਨਤ ਮੈਂ ਕੀਤੀ ਮੇਰੇ ਬੱਚਿਆਂ ਨੂੰ ਉਨੀ ਮਿਹਨਤ ਨਾ ਕਰਨੀ ਪਵੇ, ਉਹ ਹਾਰਨਾ ਗਾ। ਅਤੇ ਇਵੇਂ ਜਿਵੇਂ ਜਿੰਨੇ ਬੰਦੇ ਮੇਰੇ ਕੋਲ ਕੰਮ ਸਿੱਖ ਰਹੇ ਆ, ਮੁੰਡੇ ਸਾਰੇ ਅਸੀਂ ਇਕੱਠੇ ਕੰਮ ਕਰਦੇ ਹਾਂ, ਅਤੇ ਇਹ ਵੀ ਬੱਚੇ ਸਿੱਖਣ। ਅਤੇ ਮੇਰੀ ਆਪਣੀ ਕੋਸ਼ਿਸ਼ ਹੈ ਵੀ ਇਹ ਮੇਰੇ ਨਾਲੋਂ 4 ਗੁਣਾ ਜ਼ਿਆਦਾ ਤਰੱਕੀ ਕਰਨ। ਮੈਨੂੰ ਯਾਦ ਰੱਖਣ ਨਾ ਰੱਖਣ ਉਹ ਮੇਰਾ ਧਰਮ ਨਹੀਂ ਗਾ, ਪਰ ਮੇਰੇ ਨਾਲੋਂ ਜ਼ਿਆਦਾ ਤਰੱਕੀ ਕਰਨਗੇ ਤਾਂ ਫਿਰ ਵੀ ਪਰਮਾਤਮਾ ਦੀ ਦਰਗਾਹ 'ਚ ਕਿਤੇ ਨਾ ਕਿਤੇ ਤੁਹਾਨੂੰ ਉਹ ਸੁਨੇਹਾ ਜਿਹੜਾ ਪਰਮਾਤਮਾ ਦਾ ਉਹ ਕਿਤੇ ਨਾ ਕਿਤੇ ਮੈਸੇਜ ਜਾਂਦਾ ਗਾ। ਅਤੇ ਫਿਰ ਇਹਦਾ ਨਾਮ ਬੜਾ ਤੁਸੀਂ ਅਜੀਬ ਦੱਸਿਆ, ਅਤੇ ਮੈਨੂੰ ਲੱਗਦਾ ਰੂਮੀ ਮਸਤਗੀ। ਹਾਂ, ਰੂਮੀ ਮਸਤਗੀ ਆ, ਤਵਾਸ਼ੀਰ ਆ, ਜਿਵੇਂ ਭੰਗ ਭਸਮ ਆ, ਭੀਮ ਸੈਨੀ ਕਪੂਰ ਆ, ਅਤੇ ਹੋਰ ਆ ਜਿੰਨੀਆਂ ਤਰ੍ਹਾਂ ਦੀਆਂ ਭਸਮਾਂ ਨੇ। ਜਿਵੇਂ ਮਨਮਤ ਰਸ ਅਸੀਂ ਯੂਜ਼ ਕਰਦੇ ਹਾਂ, ਭੰਗ ਬਣਾਉਂਦੇ ਹਾਂ, ਤਰਵੰਗ ਬਣਾਉਂਦੇ ਹਾਂ, ਅਤੇ ਰਸ ਤੰਤਰ ਸਾਰ ਦੇ ਜਿਹੜੇ ਨੁਸਖੇ ਉਹ ਬਣਾਉਂਦੇ ਹਾਂ, ਸਾਰ ਸੰਗ੍ਰਹਿ ਦੇ ਨੁਸਖੇ ਬਣਾਉਂਦੇ ਹਾਂ। ਅਤੇ ਆਹ ਵੀ ਜਿਹੜੇ ਹੁਣ ਫਾਰਮੂਲਾ ਤੁਹਾਡੇ ਸਾਹਮਣੇ ਆਪਾਂ ਕਰਦੇ ਹਾਂ ਸ਼ੁਰੂ, ਇਹ ਵੀ ਜਿਹੜੇ ਬੰਦਿਆਂ ਨੂੰ ਅਸੀਂ ਦਿੰਦੇ ਹਾਂ, ਖੋਲ੍ਹਿਓ ਜੀ ਪੈਕਟ, ਅਤੇ ਜਿਹੜੇ ਬੰਦੇ ਇਹਨੂੰ ਲੈਂਦੇ ਆ ਜਾਂ ਜਿਨ੍ਹਾਂ ਨੇ ਯੂਜ਼ ਕੀਤਾ ਗਾ, ਇਹ ਉਹੀ ਦੱਸ ਸਕਦੇ ਵੀ ਇਹ ਕੀ ਕੰਮ ਕਰਦਾ। ਬਾਕੀ ਮੇਰੀ ਆਪਣੀ ਕੋਸ਼ਿਸ਼ ਹੈ ਵੀ ਆਯੁਰਵੇਦ ਜਿਹੜਾ ਗਾ ਉਹ ਬਹੁਤ ਵੱਡਾ ਭੰਡਾਰ ਆ। ਅੱਜ ਆਯੁਰਵੇਦ ਦੇ ਵਿੱਚ ਅਗਰ ਆਪਾਂ ਸਹੀ ਨੁਸਖਾ ਔਰ ਸਹੀ ਚੀਜ਼ਾਂ ਪਾ ਕੇ ਬਣਾਉਂਦੇ ਹਾਂ ਅਤੇ ਉਹਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉਹਦੀ ਖੁਰਾਕ ਜਿਹੜੀ ਆ ਉਹ ਤੀਸਰੀ ਚੌਥੀ ਖੁਰਾਕ ਤੋਂ ਬਾਅਦ ਮਰੀਜ਼ ਨੂੰ ਪਤਾ ਲੱਗ ਜਾਂਦਾ। ਹੁਣ ਜਿਵੇਂ ਯਾਸਾ ਗੁੰਬਾ, ਤਾਂ ਇਹਦੀ ਤੁਸੀਂ ਖੁਸ਼ਬੂ ਵੀ ਜੇ ਦੇਖੋਗੇ ਤਾਂ ਬਿਲਕੁਲ ਡਰਾਈ ਹੈ, ਇਹਦੇ 'ਚ ਪਤਾ ਲੱਗਦਾ ਵੀ ਹਾਂਜੀ ਕੋਈ ਚੀਜ਼ ਪਾਈ ਹੈ ਜੀ। ਅਤੇ ਇਹ ਸਾਰੀਆਂ ਚੀਜ਼ਾਂ ਇਹ 'ਚ ਪੈਣੀਆਂ ਨੇ। ਦੂਸਰੇ ਵੀ ਖੋਲ੍ਹ ਦਿਓ। ਔਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਸਿੱਖਣਗੇ ਜੀ, ਇਹ ਕਿਤੇ ਨਾ ਕਿਤੇ ਆਪਦਾ ਰੁਜ਼ਗਾਰ ਚਲਾਉਣਗੇ। ਔਰ ਦੇਸ਼ ਦੇ ਵਿੱਚ ਬੇਰੁਜ਼ਗਾਰੀ ਖਤਮ ਕਰਨਾ ਇਹ ਹਰ ਬੰਦੇ ਦਾ ਧਰਮ ਆ। ਜਿਹੜੀ ਚੀਜ਼ ਮੈਨੂੰ ਕੰਮ ਆਉਂਦਾ ਹੈ ਅਤੇ ਮੈਂ ਨਾਲ ਹੀ ਜਿੰਨੇ ਪੁਰਾਣੇ ਵੈਦ ਹਕੀਮ ਸੀ ਉਹ ਬਹੁਤ ਸਾਰੇ ਨੁਸਖੇ ਨਾਲ ਹੀ ਲੈ ਕੇ, ਜਿਨ੍ਹਾਂ ਦੀ ਡੈਥ ਹੋ ਗਈ, ਅਤੇ ਇਹੋ ਜਿਹੇ ਨੁਸਖੇ ਆਯੁਰਵੇਦ 'ਚ ਸੀਗੇ ਜਿਨ੍ਹਾਂ ਨਾਲ ਬਹੁਤ ਲੋਕਾਂ ਦਾ ਫਾਇਦਾ ਹੋ ਸਕਦਾ ਸੀਗਾ। ਪਰ ਉਹ ਕਿਤੇ ਨਾ ਕਿਤੇ ਜਿਹੜੀ ਚੀਜ਼ ਖਰਾਬ ਹੋਈ ਆ ਜਾਂ ਆਪਦੇ ਨਾਲ ਹੀ ਨੁਸਖੇ ਲੈ ਕੇ ਚਲੇ ਗਏ,
ਉਹਦੇ ਨਾਲ ਵੀ ਆਯੁਰਵੇਦ ਨੂੰ ਬਹੁਤ ਵੱਡਾ ਧੱਕਾ ਲੱਗਿਆ ਗਾ ਜੀ। ਪਰ ਜੀ ਅੱਜ ਕੱਲ੍ਹ ਤੇ ਜਿਹੜੇ ਆਯੁਰਵੇਦ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਡੋਲਿਆ ਜ਼ਰੂਰ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਮਾਮਲੇ ਤਾਂ ਇਦਾਂ ਵੀ ਦੇਖਣ ਨੂੰ ਮਿਲੇ ਨੇ ਕਿ ਐਲੋਪੈਥੀ ਦੀਆਂ ਦਵਾਈਆਂ ਰਗੜ ਕੇ ਤੇ ਆਯੁਰਵੇਦ ਦਾ ਨਾਂ ਦੇ ਕੇ ਚੇਪੀ ਆਯੁਰਵੇਦ ਦੀ ਲਾ ਕੇ ਉਹ ਕਰੀ ਜਾ ਰਹੇ ਨੇ, ਇਸੇ ਕਰਕੇ ਫਿਰ ਅਸਰ ਘੱਟ ਹੁੰਦਾ? ਫਰੂਕੀ ਸਾਹਿਬ, ਜਿਹੜੀ ਗੱਲ ਆ ਐਲੋਪੈਥੀ ਹੈ ਜਿਹੜੀ, ਉਹ ਪੈਥੀ ਦੇ ਵਿੱਚ ਜਿਹੜੇ ਇਲਾਜ ਨੇ ਨਾ ਜੀ, ਉਹ ਇਲਾਜ ਆਪਣੇ ਲੈਵਲ ਦੇ ਇਲਾਜ ਆ। ਪਰ ਆਯੁਰਵੇਦ ਦੇ ਵਿੱਚ ਜੇ ਤੁਸੀਂ ਸੱਚੀ ਪੁੱਛੋ ਤਾਂ ਇਹੋ ਜਿਹੇ ਫਾਰਮੂਲੇ ਹੈਗੇ ਆ। ਦਵਾਈ ਹੋਵੇ, ਗੱਲਾਂ ਨਾ ਹੋਣ ਉਹਦੇ 'ਚ, ਮਤਲਬ ਫਾਰਮੂਲਾ ਹੋਵੇ ਪੂਰਾ, ਜੇ ਆਪਾਂ ਸਹੀ ਚੀਜ਼ ਪਾਉਂਦੇ ਆ ਤਾਂ ਤੁਸੀਂ ਯਕੀਨ ਕਰਿਓ ਵੀ ਲੋਕ ਉਹਨੂੰ ਪੇ ਵੀ ਕਰਦੇ ਆ ਔਰ ਲੋਕ ਉਹਨੂੰ ਐਪਰੀਸ਼ੀਏਟ ਕਰਦੇ, ਔਰ ਅੱਗੇ 4 ਬੰਦਿਆਂ ਨੂੰ ਬੰਦਾ ਹੋਰ ਦੱਸਦਾ ਗਾ ਵੀ ਆਹ ਚੀਜ਼ਾਂ ਜਿਹੜੀਆਂ ਮੈਂ ਯੂਜ਼ ਕੀਤੀਆਂ ਤੇ ਇਹਦਾ ਕੀ ਰਿਜ਼ਲਟ ਆ ਜੀ। ਜੇ ਆਪਾਂ ਵਿੱਚ ਪਾਉਣਾ ਹੀ ਕੁਛ ਨਹੀਂ ਗਾ ਕਿਸੇ ਚੀਜ਼ ਦੇ, ਤੇ ਫਿਰ ਉਹਨੇ ਕਿਤੇ ਨਾ ਕਿਤੇ ਤਾਂ ਉਹ ਇਫੈਕਟ ਕਰਨਾ ਹੀ ਕਰਨਾ ਗਾ ਜੀ। ਇਹ ਕੇਸਰ ਤੇ ਜੀ ਬੜੀ ਵੱਡੀ ਮਿਕਦਾਰ ਦੇ ਵਿੱਚ ਪਾ ਰਹੇ ਹੋ ਤਾਂ ਬੜਾ ਮਹਿੰਗਾ ਹੈ। ਇਰਾਨੀ ਕੇਸਰ ਦਾ ਮੈਂ ਰੇਟ ਦੇਖ ਰਿਹਾ ਸੀ ਬਹੁਤ। ਇਹ ਲਗਭਗ ਜੀ 15 ਬੰਦਿਆਂ ਦੀ ਮੈਡੀਸਨ ਬਣ ਰਹੀ ਹੈ ਇਹ, ਜਿਹੜਾ ਇਹਦਾ ਬਾਕਸ ਤਿਆਰ ਹੋਣਾ, ਤੇ ਉਹਦੀ ਜਿਹੜੀ ਫਾਰਮੂਲੇਸ਼ਨ ਆ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਗੀ ਜੀ। ਕੇਸਰ ਤੋਂ ਬਹੁਤ ਮਹਿੰਗੀਆਂ ਹੌਰਸ ਚਸਟ ਨਟਸ ਆ, ਟੌਂਕਟਲੀਆ, ਯੋਹਾਂਬਾ ਗਾ, ਹੌਰਨੀ ਗੌਡਵੀਟ ਆ, ਬਹੁਤ ਮਹਿੰਗੀਆਂ ਜੜੀਆਂ ਬੂਟੀਆਂ ਹੈਗੀਆਂ ਜੀ। ਇਹੋ ਜਿਹੀ ਕੋਈ ਗੱਲ ਨਹੀਂ ਗੀ। ਆ ਇਹਨੂੰ ਲੱਗੋ ਪੀਸਣ, ਚੱਕਿਓ ਖਾ ਲਓ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਨਾਲ ਜਿਹੜਾ ਵੈਦ ਜਗਦੀਪ ਸਿੰਘ ਨੇ ਜਿਹੜੇ ਬੱਚਿਆਂ ਨੂੰ ਟ੍ਰੇਨਿੰਗ ਵੀ ਦੇ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਇੱਥੇ ਜਗਦੀਪ ਆਸ਼ਰਮ ਗਿੱਲ ਨਹਿਰ ਦੇ ਉੱਤੇ ਜਿਹੜਾ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਹੈ, ਗਿੱਲ ਬ੍ਰਿਜ ਦੇ ਨੇੜੇ ਹੈ, ਗਿੱਲ ਪੁਲ ਦੇ ਨੇੜੇ ਹੈ, ਉੱਥੇ ਆ ਕੇ ਕੋਈ ਵੀ ਬੰਦਾ ਟ੍ਰੇਨਿੰਗ ਲੈ ਸਕਦਾ ਜੀ। ਵੈਸੇ ਸਾਹਿਬ ਤੁਹਾਡੇ ਤੋਂ ਦੇਖੋ ਜੀ, ਬੱਚੇ ਜਿਹੜੇ ਏਮ ਬਣਾ ਲੈਣ ਆਪਦਾ, ਜਿਨ੍ਹਾਂ ਨੇ ਆਯੁਰਵੇਦ ਦੇ ਵਿੱਚ ਕੰਮ ਕਰਨਾ ਹੈ ਤੇ ਆਯੁਰਵੈਦਿਕ ਦੇ ਵਿੱਚ ਜਿਨ੍ਹਾਂ ਦੀ ਸੋਚ ਆ ਕਿ ਅਸੀਂ ਕੁਛ ਨਾ ਕੁਛ ਬਣਨਾ ਹੈ, ਉਹ ਜ਼ਰੂਰ ਆ ਕੇ ਸਿੱਖ ਸਕਦੇ ਆ ਜੀ। ਔਰ ਬਹੁਤ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਬਣਾਉਂਦੇ ਹੁਣ ਤਾਂ ਸਾਰ ਸੰਗ੍ਰਹਿ ਦਾ, ਅਸੀਂ ਜਿੰਨੇ ਚੀਜ਼ਾਂ ਸਾਰ ਸੰਗ੍ਰਹਿ 'ਚ ਲਿਖੀਆਂ ਨੇ ਜਾਂ ਰਸ ਤੰਤਰ ਸਾਰ 'ਚ ਲਿਖੀਆਂ ਨੇ, ਉਹ ਸਾਰੀਆਂ ਚੀਜ਼ਾਂ ਬਣਾਉਣੀਆਂ ਸਿਖਾ ਰਹੇ ਆ ਬੱਚਿਆਂ ਨੂੰ, ਤਾਂ ਕਿ ਹੋਰ ਜ਼ਿਆਦਾ ਆਯੁਰਵੇਦ ਦਾ ਪ੍ਰਸਾਰ ਤੇ ਪ੍ਰਚਾਰ ਹੋਵੇ। ਤੇ ਸਾਡੇ ਦੇਸ਼ ਦੀ ਸਭ ਤੋਂ ਪੁਰਾਣੀ ਪੈਥੀ ਵੀ ਆਯੁਰਵੇਦ ਜੀ। ਲੇਕਿਨ ਚੱਕਰ ਕੀ ਹੈ ਵੀ ਜੇ ਅਸੀਂ ਕੁਛ ਪਾਵਾਂਗੇ ਨਹੀਂ ਤੇ ਫਿਰ ਉਹ ਕਿਤੇ ਨਾ ਕਿਤੇ ਇਫੈਕਟ ਆ। ਜਿਵੇਂ ਇਹ ਕੀ ਚੀਜ਼ ਪਾ ਰਹੇ ਹੋ ਜੀ? ਹੁਣ ਇਹ ਚੰਦਰ ਉਹਦੇ ਰਸ ਆ, ਤੇ ਜਿਹੜਾ ਜੇ ਆਪਾਂ ਇਹਦੇ 'ਚ ਪਾਵਾਂਗੇ ਤੇ ਇਹਨੇ ਆਪਣੇ ਆਪ ਬੋਲਣਾ ਜੀ ਜਿੱਥੇ ਦੀ ਇਹ ਜਾਊਗਾ ਜੀ। ਤਾਂ ਇਹਨੂੰ ਆਪਾਂ ਹੁਣ ਪੀਸ ਕੇ ਤੁਹਾਨੂੰ ਦਿਖਾਉਣਾ। ਹੱਥ ਟਾਇਰ ਪੀਸੇ ਹੋਏ ਨੇ ਜੀ। ਪੀਸ ਤੋਂ ਹੁਣ ਆਹ ਜਿਹੜਾ ਹੈਗਾ ਇਹ ਸ਼ੁੱਧ ਮਕਰ ਧਵਜ ਆ, ਤੇ ਸ਼ੁੱਧ ਮਕਰ ਧਵਜ ਵੀ ਜਿਹੜਾ ਇਹਦੇ 'ਚ ਪੈਂਦਾ ਗਾ, ਉਹ ਇਹ ਨਹੀਂ ਗਾ ਵੀ ਆਪਾਂ ਖੁੱਲ੍ਹਾ ਲਿਆ ਕੇ ਪਾ ਲਿਆ ਜਾਂ ਖੁੱਲ੍ਹਾ ਬਣਾ ਲਿਆ। ਬਹੁਤ ਅੱਛੀਆਂ ਕੰਪਨੀਆਂ ਨੇ, ਡਾਵਰ, ਵੈਦਨਾਥ, ਜੰਡੂ, ਹੁੰਜਾ, ਔਰ ਬਹੁਤ ਸਾਰੀਆਂ ਭਸਮਾਂ ਅਸੀਂ ਜਿਹੜੀਆਂ ਪਾਉਂਦੇ ਹਾਂ ਇਹਦੇ ਵਿੱਚ ਨਾ ਜੀ, ਕ੍ਰਿਸ਼ਨ ਗੋਪਾਲ ਕਾਲੜਾ ਦਾ ਯੂਜ਼ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਜੀ। ਤੇ ਹੁਣ ਇਹ ਜਿਹੜਾ ਅਤੁਲ ਸ਼ਕਤੀ ਦਾਤਾ ਯੋਗ ਹੈ ਜੀ, ਤੇ ਇਹ ਕੋਈ ਵੀ ਚੀਜ਼ ਇਹੋ ਜਿਹੀ ਨਹੀਂ, ਔਰ ਇਹ ਆਪਣੇ ਆਪ ਦੇ ਵਿੱਚ ਕੰਮ ਕਰੂਗੀ। ਜਿਹੜਾ ਬੰਦਾ ਇਹਨੂੰ ਖਾਊਗਾ ਉਹਨੂੰ ਪਤਾ ਲੱਗੂ ਵੀ ਮੈਂ ਕੀ ਚੀਜ਼ ਖਾ ਰਿਹਾ ਗਾ ਜੀ। ਤਾਂ ਉਹ ਇਹ ਨਹੀਂ ਵੀ ਇਹ ਕੋਈ ਇੱਕ ਦੋ ਚੀਜ਼ ਸ਼ੀਸ਼ੀਆਂ ਨੇ, ਆ ਥੱਲੇ ਕਿੱਥੇ ਟਰੇਆਂ ਜੀ 'ਚ ਹੈਗੀਆਂ ਨੇ। ਇਸ ਤਰ੍ਹਾਂ ਹੀ ਆਹ ਜਿਵੇਂ ਹੁਣ ਆ ਚਾਂਦੀ ਭਸਮ ਆ, ਹੁਣ ਇਹਦਾ ਰੰਗ ਇੱਕ, ਮੈਂ ਇੱਥੇ ਇੱਕ ਨਵੀਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਚਾਂਦੀ ਦੀ ਗੋਲੀ ਜਾਂ ਚਾਂਦੀ ਦਾ ਰੰਗ ਜਿਹੜਾ ਉਹ ਚਾਂਦੀ ਵਰਗਾ ਕਦੇ ਨਹੀਂ ਹੋਊਗਾ। ਆ ਭਸਮ ਆ, ਜੇ ਚਾਂਦੀ ਦੀ ਆ ਤਾਂ ਇਹਦਾ ਰੰਗ ਆਹ ਭਸਮ ਹੋਣ ਤੋਂ ਬਾਅਦ ਆਹ ਹੋ ਜਾਣਾ। ਇਹ ਨਹੀਂ ਗਾ ਵੀ ਇਹਦਾ ਰੰਗ ਚਾਂਦੀ ਵਰਗਾ ਹੋਣਾ ਚਾਹੀਦਾ। ਇਵੇਂ ਜਿਵੇਂ ਸੋਨੇ ਦੀ ਗੱਲ ਆਪਾਂ ਕਰਦੇ ਤਾਂ ਜਿਹੜੇ ਮਾਰਕੀਟ ਦੇ ਵਿੱਚ ਕੈਪਸੂਲ ਮਿਲਦੇ ਨੇ ਜੀ, ਜਾਂ ਮਾਰਕੀਟ ਦੇ ਵਿੱਚ ਗੋਲੀਆਂ ਮਿਲਦੀਆਂ ਨੇ, ਜੇ ਕਹਿੰਦੇ ਨੇ ਵੀ ਇਹਦੇ ਚਾਂਦੀ ਭਸਮ ਹੈ ਤਾਂ ਉਹ ਚਮਕੀਲੀ ਬਣਾ ਦਿੰਦੇ ਨੇ। ਜੇ ਕਹਿੰਦੇ ਨੇ ਜੀ ਸੋਨਾ ਭਸਮ ਹੈ ਤਾਂ ਉਹਨੂੰ 골ਡ ਰੰਗ ਦੀ ਸ਼ੇਪ ਦੇ ਦਿੰਦੇ ਨੇ। ਦੇਖੋ ਹੁਣ ਜਿਹੜੇ ਇਹ ਰੰਗ ਦੇ ਨਾਲ ਕੋਈ ਚੀਜ਼ ਦਾ ਅਸਰ ਨਹੀਂ ਗਾ ਜੀ। ਚਾਂਦੀ ਰੰਗੀ ਚਾਂਦੀ ਕੰਮ ਕਰੂਗੀ। ਪਹਿਲਾਂ ਤਾਂ ਤੁਹਾਨੂੰ ਫਾਰਮੂਲਾ ਬਣਾਉਣ ਦੀ ਤਸੀਰ ਦਾ ਪਤਾ ਹੋਣਾ ਚਾਹੀਦਾ ਵੀ ਗਰਮ ਫਾਰਮੂਲਾ ਕੀ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ, ਖਾਸ ਕਰਕੇ ਫਰੂਕੀ ਸਾਹਿਬ, ਕਿ ਜਿਹੜਾ ਵੀ ਬੰਦਾ ਕੋਈ ਸੈਕਸ ਨਾਲ ਰਿਲੇਟਿਡ ਕੋਈ ਦਵਾਈ ਖਾਂਦਾ, ਉਹਨੂੰ ਪਹਿਲਾਂ ਆਪਦੀ ਤਸੀਰ ਪਤਾ ਹੋਣੀ ਚਾਹੀਦੀ ਹੈ। ਦੂਸਰੀ ਗੱਲ ਹੈ ਕਿ 4-5 ਤਰ੍ਹਾਂ ਦੀਆਂ ਦਵਾਈਆਂ ਨੇ ਇਹਦੇ 'ਚ। ਇੱਕ ਬੰਦੇ ਜਿਹੜੇ ਕਾਮ ਚਿੰਤਨ ਬੱਚੇ ਆ, ਜਿਨ੍ਹਾਂ ਦੇ ਦਿਮਾਗ ਦੇ ਉੱਤੇ ਕਾਮ ਚੜ੍ਹਿਆ ਹੋਇਆ ਗਾ, ਉਹਨਾਂ ਲਈ ਆਪਾਂ ਇਹ ਦਵਾਈ ਨਹੀਂ ਦੇ ਸਕਦੇ। ਉਹਨਾਂ ਨੂੰ ਆਪਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਸਾਈਕੋ ਪੜ੍ਹਾਉਣੀ ਪੈਂਦੀ ਆ, ਉਹਨੂੰ ਸਿਖਾਉਣਾ ਪੈਂਦਾ, ਉਹਨਾਂ ਨੂੰ ਸਮਝਾਉਣਾ ਪੈਂਦਾ, ਤਾਂ ਕਿ ਉਹਨਾਂ ਦੇ ਦਿਮਾਗ ਦੇ ਵਿੱਚੋਂ ਉਹ ਗੱਲ ਜਿਹੜੀ ਵਾਰ-ਵਾਰ ਰਿਪੀਟ ਨਾ ਹੋਵੇ। ਦੂਸਰੀ ਗੱਲ ਹੈ, ਇਹ ਫਾਰਮੂਲਾ ਜਿਹੜੇ ਲੋਕ ਨੇ ਜਿਨ੍ਹਾਂ ਦੀ ਪੈਨਿਸ ਸ਼ਰਿੰਕ ਕਰ ਜਾਂਦੀ ਹੈ, ਜਾਂ ਉਹ ਡਾਇਬਟੀਜ਼ ਕਰਕੇ ਸੈਕਸ ਦੇ ਮਰੀਜ਼ ਨੇ,
ਕਈ ਬੰਦੇ ਆ ਜਿਨ੍ਹਾਂ ਦਾ ਮਨ ਇਸ ਪਾਸੇ ਤੋਂ ਬੁੱਝ ਜਾਂਦਾ ਗਾ, ਜਾਂ ਕਈ ਬੰਦੇ ਨੇ ਹਾਰਮੋਨਲ ਇਨਬੈਲੈਂਸ ਨੇ, ਔਰ ਬਹੁਤ ਸਾਰੇ ਬੰਦੇ ਆ ਜਿਹੜੇ ਕਿਸੇ ਬਿਮਾਰੀ ਤੋਂ ਬਾਅਦ ਕਿਸੇ ਸੈਕਸ ਰਿਲੇਟਡ ਪ੍ਰੋਬਲਮ ਜਿਨ੍ਹਾਂ ਨੂੰ ਹੁੰਦੀ ਹੈ। ਇਹ ਉਹਨਾਂ ਮਰੀਜ਼ਾਂ ਵਾਸਤੇ ਇਹ ਫਾਰਮੂਲਾ ਅਸੀਂ ਬਣਾਉਂਦੇ ਹਾਂ। ਜ਼ਿਆਦਾਤਰ ਇੱਥੇ ਵੀ ਸਾਡੇ ਕੋਲ ਜਿਹੜੇ ਓਲਡ ਏਜ ਬਜ਼ੁਰਗ ਨੇ, ਕੋਈ 30 ਸਾਲ ਦੀ ਉਮਰ ਤੋਂ ਲੈ ਕੇ 75-80 ਸਾਲ ਤੱਕ ਦੇ ਬਜ਼ੁਰਗ ਨੇ ਜਿਹੜੇ, ਕਿਉਂਕਿ ਡਾਈਟ ਹੈ ਨਹੀਂ, ਕਿ ਖੁਰਾਕ ਉਨੀ ਅੱਛੀ ਹੈ ਨਹੀਂ ਕਿ ਸਾਡੇ ਕੋਲ। ਹੁਣ ਆਹ ਜਿਹੜੀ ਭਸਮ ਆਪਾਂ ਤੁਸੀਂ ਜੇ ਦੇਖੋਗੇ ਵਿਕਰਾਂਤ ਭਸਮ ਆ, ਪਰ ਜਿਹਨੂੰ ਵਿਕਰਾਂਤ ਵਰਗਾ ਰੰਗ ਨਹੀਂ ਹੋਣਾ, ਰੰਗ ਇਹਦਾ ਚਿੱਟਾ ਗਾ ਜੀ। ਹੁਣ ਬਹੁਤ ਸਾਰੇ ਬੰਦੇ ਗੱਲ ਕਰਨਗੇ ਵੀ ਇਹ ਵਿਕਰਾਂਤ ਭਸਮ ਆ ਜਿਹੜੀ, ਦਵਾਈ ਦਾ ਰੰਗ ਚਿੱਟਾ ਦੇਖ ਕੇ ਆਪਾਂ ਨੂੰ ਇਹ ਨਾ ਲੱਗੇ ਵੀ ਐਲੋਪੈਥੀ ਹੈ। ਤਾਂ ਇਹ ਕੋਈ ਜ਼ਰੂਰੀ ਨਹੀਂਗਾ ਵੀ ਚਿੱਟੇ ਰੰਗ ਵਾਲੀ ਹਰੇਕ ਚੀਜ਼ ਐਲੋਪੈਥੀ। ਹੁਣ ਵਿਕਰਾਂਤ ਭਸਮ ਤੁਹਾਡੇ ਸਾਹਮਣੇ ਆ ਤੇ ਰੰਗ ਇਹਦਾ ਚਿੱਟਾ, ਤੇ ਪੈਣੀ ਇਹ ਵੀ ਇਹਦੇ ਵਿੱਚ ਹੀ ਹੈ ਜੀ। ਸੋ ਇਸ ਤਰ੍ਹਾਂ ਬਹੁਤ ਸਾਰੇ ਫਾਰਮੂਲੇ ਆ ਜਿਹੜੇ ਆਪਾਂ ਇਹਨਾਂ 'ਚ ਯੂਜ਼ ਕਰਦੇ ਹਾਂ ਜੀ। ਆ ਤਰਵੰਗ ਭਸਮ ਆ, ਤੇ 3 ਤਰ੍ਹਾਂ ਦੀ ਬੰਗ ਇਹਦੇ ਵਿੱਚ ਪਾ ਕੇ ਤੇ ਇਹਦੇ ਤੋਂ ਬਣਾਈ ਜਾਂਦੀ ਹੈ ਜੀ। ਇਹ ਸਾਰੇ ਫਾਰਮੂਲੇ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ, ਤੇ ਫਿਰ ਅੰਦਰ ਜਾ ਕੇ ਜੇ ਆਪਾਂ ਸਹੀ ਚੀਜ਼ ਵੈਸੇ ਆਯੁਰਵੇਦ ਦੀ ਬਣਾ ਕੇ ਪਾਉਂਦੇ ਹਾਂ, ਤੇ ਉਹਦਾ ਆਪਦੇ ਆਪ 'ਚ ਇਹ ਬਹੁਤ ਅੱਛਾ ਫਾਰਮੂਲਾ। ਔਰ ਪਿਛਲੇ 100 ਸਾਲ ਦੇ ਕਰੀਬ ਇਹ ਪਾਈ ਹੈ ਜੀ ਆਪਾਂ ਹੁਣ ਇਹਦੇ 'ਚ ਬੰਗ ਭਸਮ ਜੀ। ਉਹ ਤਰਵੰਗ ਆ, ਇਹ ਬੰਗ ਆ ਜੀ। ਕਿੰਨੇ ਕਿਸਮ ਦੇ ਜਿਹੜੇ ਭਸਮ ਨੇ ਜੀ ਇਹਦੇ ਵਿੱਚ ਇਸ ਫਾਰਮੂਲੇ 'ਚ ਤੁਸੀਂ ਯੂਜ਼ ਕਰਦੇ ਹੋ? ਤੁਹਾਡੇ ਸਾਹਮਣੇ ਜੀ ਇਹ ਅਬਰਕ ਭਸਮ ਆ, ਤੇ ਆ ਤੁਸੀਂ ਦੇਖ ਸਕਦੇ ਹੋ ਜੀ ਇਹਨੂੰ। ਇਹਦੇ 'ਚ ਅਸੀਂ ਤਕਰੀਬਨ ਜੀ 132 ਚੀਜ਼ਾਂ ਪਾਉਂਦੇ ਹਾਂ ਟੋਟਲ ਜਿਹੜਾ ਫਾਰਮੂਲਾ ਗਾ ਜੀ, ਜਿਹੜੀਆਂ ਪੀਸਦੇ ਆ ਇਹਦੇ ਵਿੱਚ। ਔਰ ਕੱਲੀ ਚੀਜ਼ ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਚੀਜ਼ ਲੈਂਦੇ ਆ ਉਹ ਸੀਲਡ ਬੰਦ ਲਈ ਜਾਵੇ, ਤਾਂ ਕਿ ਜਿਹੜੀਆਂ ਹੁਣ ਉਹਦੀਆਂ ਚੀਜ਼ਾਂ ਬਣਾਉਣ ਦੀ ਲੋੜ ਨਹੀਂ, ਬਹੁਤ ਅੱਛੀਆਂ। ਸਭ ਤੋਂ ਬੈਸਟ ਜਿਵੇਂ ਕੁਆਲਿਟੀ ਆ ਕ੍ਰਿਸ਼ਨ ਗੋਪਾਲ ਇੱਕ ਆਯੁਰਵੈਦਿਕ ਭਵਨ ਆ ਅਜਮੇਰ ਤੋਂ, ਇਹਦਾ ਪ੍ਰੋਡਕਟ ਯੂਜ਼ ਕਰਦੇ ਆ। ਜਾਂ ਆਹ ਵੈਦਨਾਥ ਦੀ ਭਸਮਾਂ ਯੂਜ਼ ਕਰਦੇ ਆ। ਜਾਂ ਜਿਵੇਂ ਹੁਣ ਮਨਮਤ ਰਸ ਵਰਗੇ ਪ੍ਰੋਡਕਟ ਨੇ, ਇਹ ਵੈਦਨਾਥ ਦੇ ਯੂਜ਼ ਕਰਦੇ ਆ। ਜਿੰਨੀ ਜ਼ਿਆਦਾ ਚੰਗੀ ਕੁਆਲਿਟੀ, ਕਿਉਂਕਿ ਇਹਨਾਂ ਕੰਪਨੀਆਂ ਦਾ ਇੱਕ ਨਾਮ ਆ, ਡਾਬਰ ਦਾ ਯੂਜ਼ ਕਰਦੇ ਆ ਜੀ। ਅਤੇ ਜਿਹੜੀ ਚੀਜ਼ ਜ਼ਿਆਦਾ ਅੱਛੀ ਆ ਉਹੀ ਸੋਚ ਕੇ ਲਈਦੀ ਹੈ, ਕਿਉਂਕਿ ਪੈਸੇ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਗਾ। ਜੇ ਚੰਗੀ ਕੁਆਲਿਟੀ ਦੀ ਚੀਜ਼ ਤੁਸੀਂ ਯੂਜ਼ ਕਰਦੇ ਹੋ, ਚੰਗੀ ਅਤੇ ਮਾੜੀ ਕੰਪਨੀ ਦਾ ਥੋੜ੍ਹੇ ਜਿਹੇ ਰੁਪਈਆਂ ਦਾ ਫਰਕ ਆ, ਪਰ ਇੱਕ ਬ੍ਰਾਂਡ ਜਿਹੜਾ ਗਾ ਉਹ ਆਪਣੇ ਆਪ ਦੇ ਵਿੱਚ ਕੰਮ ਕਰਦਾ ਹੈ ਜੀ। ਹਾਂ, ਤੁਸੀਂ ਦੇਖੋਗੇ ਵੀ ਜਿੰਨੀਆਂ ਚੀਜ਼ਾਂ ਆਪਾਂ ਇਹ 'ਚ ਪਾਉਣੀਆਂ ਨੇ, ਤਾਂ ਜਿੰਨੀਆਂ ਖਾਲੀ ਹੋ ਗਈਆਂ ਤੁਸੀਂ ਡੱਬੀਆਂ ਜੇ ਦੇਖੋਗੇ ਜੀ, ਤਾਂ ਤੁਹਾਡੇ ਸਾਹਮਣੇ ਆਪਾਂ ਬਣਾ ਦੇਣਾ ਸਾਰਾ ਫਾਰਮੂਲਾ ਜੀ। ਹੁਣ ਉਹਦੇ ਬੱਚੇ ਜਿਹੜੇ ਆ ਇਹ ਸਿੱਖਣਗੇ, ਹੋਰ ਲੋਕਾਂ ਦਾ ਭਲਾ ਹੋਊਗਾ ਜੀ ਇਹਦੇ ਨਾਲ। ਹੋਰ ਕੋਸ਼ਿਸ਼ ਸਾਡੀ ਇਹੀ ਆ ਵੀ ਅਸੀਂ ਹੁਣ ਬਾਹਰਲੀਆਂ ਕੰਟਰੀਆਂ 'ਚ ਵੀ ਇੱਥੋਂ ਜਿਹੜੇ ਲੋਕ ਸਾਡੇ ਤੋਂ ਦਵਾਈਆਂ ਮੰਗਵਾਉਂਦੇ ਆ, ਉਹਨਾਂ ਨੂੰ ਵੀ ਇੱਥੋਂ ਫਾਰਮੂਲਾ ਕੋਸ਼ਿਸ਼ ਕਰਕੇ ਵੀ ਤੁਹਾਨੂੰ ਲਿਖਾ ਦਈਏ, ਤਾਂ ਕਿ ਤੁਸੀਂ ਉੱਥੇ ਬੈਠੇ ਕੁਝ ਸਿੱਖੋਗੇ। ਉੱਥੇ ਵੀ ਲੋਕਾਂ ਨੂੰ ਪ੍ਰੋਬਲਮ ਆ, ਬਾਹਰਲੀਆਂ ਕੰਟਰੀਆਂ 'ਚ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਸਟ੍ਰੈਸ ਆ ਲੋਕਾਂ 'ਤੇ, ਤਾਂ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਸੈਕਸ ਦਾ ਇਫੈਕਟ ਹੋ ਰਿਹਾ ਹੈ। ਤੇ ਵੈਜੀ ਜਿਹੜੇ ਤੁਹਾਡੇ ਕੋਲ ਇੱਥੇ ਮਰੀਜ਼ ਆਉਂਦੇ ਨੇ, ਮੁੰਡੇ ਕੁੜੀਆਂ, ਤੇ ਕਿੱਦਾਂ ਦੇ ਮਰੀਜ਼ ਤੁਹਾਨੂੰ ਮਿਲਦੇ ਨੇ ਇੱਥੇ ਆ ਕੇ? ਬਹੁਤ ਕਈ ਵਾਰ ਤੁਸੀਂ ਵੀ ਭਾਵੁਕ ਹੋ ਕੇ ਮੈਨੂੰ ਖੁਦ ਦੱਸ ਦਿਓ ਵੀ ਅੱਜ ਉਸ ਥਾਂ ਤੋਂ ਫੋਨ ਆਇਆ ਤੇ ਮੇਰਾ ਮਨ ਬੜਾ ਉਦਾਸ ਹੋਇਆ ਪ੍ਰੋਬਲਮਾਂ ਸੁਣ ਕੇ। ਕਈ ਵਾਰ ਮਨ ਝੰਜੋੜ ਦਿੱਤਾ ਜਾਂਦਾ ਹੈ। ਮੈਂ ਕਈ ਵਾਰ ਗੱਲ ਸੁਣਦਾ, ਤੁਸੀਂ ਮੈਨੂੰ ਸੁਣਾਉਂਦੇ ਹੋ ਗੱਲ, ਕਿਸੇ ਨਾਲ ਰੂਬਰੂ ਕਰਵਾਉਂਦੇ ਹੋ ਕਿ ਇਹ ਦੇਖੋ ਆਪਣੇ ਕੋਲੋਂ ਦਵਾਈ ਲੈਣ ਤੋਂ ਪਹਿਲਾਂ ਦੇ ਇਹ ਹਾਲਾਤ ਸੀ, ਤੇ ਆਪਣੇ ਕੋਲੋਂ ਦਵਾਈ ਲੈਣ ਤੋਂ ਬਾਅਦ ਆਪਣਾ ਨੁਸਖਾ, ਘਰੇਲੂ ਨੁਸਖਾ ਔਰ ਸਸਤਾ ਨੁਸਖਾ ਯੂਜ਼ ਕਰਨ ਤੋਂ ਬਾਅਦ ਇਹ ਬਿਲਕੁਲ ਠੀਕ ਹੈ। ਫਰੂਕੀ ਸਾਹਿਬ, ਜਿਹੜੀ ਅੱਜ ਕੱਲ੍ਹ ਹੈ ਨਾ ਜੀ, ਜ਼ਿਆਦਾ ਤਰਸਯੋਗ ਜਿਹੜੇ ਹਾਲਾਤ ਨੇ ਉਹ ਛੋਟੀ ਉਮਰ ਦੇ ਬੱਚਿਆਂ ਦੇ ਆ, ਜਿਨ੍ਹਾਂ ਦੇ ਹਜੇ ਜ਼ਿੰਦਗੀ ਚਾਲੂ ਹੀ ਨਹੀਂ ਹੋਈ, ਅਤੇ ਉਹ ਹੌਲੀ ਹੌਲੀ ਇਹੋ ਜਿਹੇ ਮਤਲਬ ਇਹੋ ਜਿਹੀ ਸਟੇਜ 'ਤੇ ਪਹੁੰਚ ਗਏ ਕਿ ਹੁਣ ਉਹਨਾਂ ਨੂੰ ਜੇ ਸਮਝਾਉਂਦੇ ਵੀ ਆ, ਕਿਉਂਕਿ ਬੱਚਾ ਉਹ ਤੁਹਾਡਾ, ਮੇਰਾ, ਕਿਸੇ ਦਾ ਵੀ ਹੋ ਸਕਦਾ, ਆਫਟਰ ਆਲ ਉਹ ਕਿਸੇ ਮਾਂ-ਬਾਪ ਦਾ ਤਾਂ ਬੱਚਾ ਹੈਗਾ ਨਾ। ਤਾਂ ਕੋਸ਼ਿਸ਼ ਸਾਡੀ ਇਹੀ ਆ ਵੀ ਜਿਹੜੇ ਛੋਟੀ ਉਮਰ ਦੇ ਬੱਚੇ ਆ ਉਹਨਾਂ ਨੂੰ ਅਸੀਂ ਹੁਣ ਕਲੱਬਾਂ 'ਚ ਵੀ ਪ੍ਰੋਗਰਾਮ ਕਰ ਰਹੇ ਹਾਂ, ਸਕੂਲਾਂ 'ਚ ਪ੍ਰੋਗਰਾਮ ਕਰ ਰਹੇ ਹਾਂ, ਔਰ ਪੰਜਾਬ ਦੇ ਸਾਰੇ ਧਰਮ ਸਥਾਨਾਂ ਲੋਕਾਂ ਨੂੰ ਅਸੀਂ ਨਾਲ ਜੋੜ ਰਹੇ ਕੋਸ਼ਿਸ਼ ਕਰਕੇ, ਤਾਂ ਕਿ ਸਾਡੀ ਜਿਹੜੀ ਨੌਜਵਾਨ ਪਨੀਰੀ ਆ ਉਹ ਇੰਨੀ ਬਲਵਰਧਕ ਹੋ ਜੇ, ਇੰਨੀ ਸ਼ਕਤੀਦਾਇਕ ਪਨੀਰੀ ਹੋ ਜੇ, ਉਹਦੇ ਨਾਲ ਕਿਸੇ ਧਰਮ ਦਾ ਕੋਈ ਲਾਗਾ ਦੇਗਾ ਨਹੀਂ ਗਾ। ਪਰ ਕੋਸ਼ਿਸ਼ ਆਪਣੀ ਇਹੀ ਹੈ ਕਿ ਹਰ ਵਰਗ ਦੇ ਬੱਚੇ ਜਿਹੜੇ ਉਹ ਤੰਦਰੁਸਤ ਹੋਣੇ ਚਾਹੀਦੇ ਆ, ਚੰਗੀ ਖੁਰਾਕ ਹੈ। ਅਤੇ ਦੂਸਰੀ ਗੱਲ ਹੈ ਕਿ ਜਿਹੜੇ ਬੱਚੇ ਇੱਕ ਵਾਰੀ ਸੈਕਸ ਦੀਆਂ ਦਵਾਈਆਂ ਜਾਂ ਕਿਸੇ ਹੋਰ ਚੀਜ਼ ਨੂੰ ਯੂਜ਼ ਕਰਨ ਲੱਗ ਜਾਂਦੇ ਆ, ਉਹਨਾਂ ਤੋਂ ਜ਼ਿਆਦਾ ਮੈਂ ਇਸ ਗੱਲ ਤੋਂ ਮਤਲਬ ਇੱਕ ਪਰੇਸ਼ਾਨੀ ਵੀ ਲਾ ਲਓ, ਜਾਂ ਦਿਮਾਗੀ ਤੌਰ 'ਤੇ ਵੀ ਇਹ ਲੱਗਦਾ ਕਿ ਜਿਹੜਾ ਬੱਚਾ ਅੱਜ 20-25 ਸਾਲ ਦਾ ਹੀ ਸੈਕਸ ਦੀਆਂ ਦਵਾਈਆਂ ਖਾਣੀਆਂ ਯੂਜ਼ ਕਰ ਰਿਹਾ ਜਾਂ ਵਰਤ ਰਿਹਾ,
ਤੇ ਕਦੋਂ ਪਹਾੜ ਜਿੱਡੀ ਜ਼ਿੰਦਗੀ 50-60 ਸਾਲ ਦੀ 70 ਸਾਲ ਦੀ ਉਮਰ 80 ਸਾਲ ਦੀ ਇਹਦੀ ਕਦੋਂ ਹੋਈ ਜੀ। ਇਸ ਕਰਕੇ ਕੋਸ਼ਿਸ਼ ਹੈ ਵੀ ਲੋਕਾਂ ਨੂੰ ਡਾਈਟ ਜਾਂ ਜਿਮ ਜਾਣ ਵਾਲੇ ਬੱਚੇ ਨੇ ਜਾਂ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਦਵਾਈਆਂ ਬਣਾਉਣੀਆਂ, ਉਹਨਾਂ ਨੂੰ ਆਪ ਨੌਲੇਜ ਹੋਵੇ, ਤਸੀਰ ਮੁਤਾਬਕ ਦਵਾਈਆਂ ਲੈਣ ਔਰ ਜਿਹੜੀ ਦਵਾਈ ਉਹ ਬਣਾਉਣੀ ਸਿੱਖਣਗੇ ਤੇ ਆਪ ਦਾ ਵੀ ਭਲਾ ਕਰਨਗੇ ਤੇ ਹੋਰ ਲੋਕਾਂ ਦੀ ਵੀ ਜ਼ਿੰਦਗੀ ਬਚਾਉਣਗੇ। ਬਗੈਰ ਸਿੱਖੇ ਪੋਸੀਬਲ ਹੈਗਾ ਜੀ ਕਿ ਇਦਾਂ ਦਾ? ਦੇਖੋ ਜੀ ਬਹੁਤ ਸਾਰੇ ਬੰਦੇ ਨਾ ਜੀ ਪਰਚੀਆਂ ਲੈ ਕੇ ਆ, ਮੈਂ ਤੁਹਾਨੂੰ ਹੁਣੀ ਇੱਕ ਬੰਦਾ ਮਿਲਾਇਆ ਜਿਹੜਾ ਉਹ ਪਰਚੀਆਂ ਚੱਕੀ ਫਿਰਦੇ ਆ ਜੀ। ਇਹ 'ਚ ਸਫੈਦ ਮੂਸਲੀ, ਉਹ ਮੈਂ 5-7 ਵਾਰੀ ਦੱਸਿਆ ਵੀ ਹੈ ਕਿ ਆਮ ਚੀਜ਼ਾਂ ਜਿਹੜੀਆਂ ਆਪਾਂ ਯੂਜ਼ ਕਰਦੇ ਆ ਨਾ ਜੀ ਉਹ ਕੁਛ ਕਰਦੀਆਂ ਹੀ ਨਹੀਂ ਗੀਆਂ। ਜੇ ਤੁਸੀਂ ਸੱਚੀ ਪੁੱਛੋ ਹਜ਼ਾਰਾਂ ਬੰਦਿਆਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਮੈਨੂੰ ਫੋਨ ਤੇ ਉਹਨਾਂ ਦੇ ਮੇਰੇ ਕੋਲ ਬਕਾਇਦਾ ਐਡਰੈਸ ਵੀ ਹੈਗੇ ਕਾਫੀ ਬੰਦਿਆਂ ਦੇ ਜਿਹੜਿਆਂ ਨੇ ਪਤਾ ਹੀ ਨਹੀਂ ਕਿਹੜੀਆਂ ਉਹ 15-20 ਚੀਜ਼ਾਂ ਦੇ ਨਾਮ ਜਾਣਦੇ ਆ ਤੇ ਉਹੀ ਲਿਖ ਕੇ ਬਣਾਈ ਜਾਂਦੇ ਆ ਜੀ। ਸਫੈਦ ਮੂਸਲੀ, ਸਾਲਮ ਪੰਜਾ, ਸਾਲਮ ਮਿਸ਼ਰੀ, ਤਗਰ, ਤਾਲਮ ਖਾਨਾ, ਬੀਜੋ ਟੰਕਣ, ਲਾਜਵੰਤੀ, ਰੇਗ ਮਾਹੀ, ਜੈਫਲ, ਜਵੱਤਰੀ। ਇਹ ਆਮ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਹੁਣ ਜੈਫਲ, ਜਵੱਤਰੀ, ਦਾਲਚੀਨੀ, ਸੁੰਡ ਤੇ ਮਗਾ, ਇਹਨਾਂ ਦੀ ਤਸੀਰ ਇੰਨੀ ਗਰਮ ਆ ਕਿ ਜੇ ਤੁਸੀਂ ਛੋਟੇ ਬੱਚੇ ਨੂੰ ਦੋਗੇ ਤਾਂ 3 ਦਿਨਾਂ ਬਾਅਦ ਸੁਪਨਦੋਸ਼ ਕਰਨ ਲਾ ਦੂ ਜੀ ਉਹਨੂੰ। ਜੇ ਤੁਸੀਂ ਉਹਨੂੰ ਠੰਡੀ ਤਸੀਰ ਦੀ ਦਵਾਈ ਦਿੰਦੇ ਹੋ ਤਾਂ ਉਹਦਾ ਸਿਮਨ ਅੰਦਰ ਰੁਕਦਾ ਤੇ ਸਿਮਨ ਗਾੜਾ ਵੀ ਹੁੰਦਾ, ਬੀਜ ਪਤਲਾ ਹੁਣ ਹਟਦਾ, ਕਾਮ ਵਾਸ਼ਨਾ, ਉਤੇਜਨਾ ਉਹਦੇ ਕੰਟਰੋਲ 'ਚ ਰਹਿੰਦੀ ਹੈ। ਉਹਦੇ ਲਈ ਰੂਮੀ ਮਸਤਗੀ ਆ ਜਿਵੇਂ ਹੁਣ ਆਪਾਂ ਯੂਜ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਬਣਨੀ ਆ ਤਾਂ ਬੰਗ ਬਣ ਗਈ ਆ। ਇਹ ਚੀਜ਼ ਕੀ ਚੀਜ਼ ਬਣਾਇਆ ਜਿਹਦੇ ਵਿੱਚ ਕੀ ਰਗੜ ਕੇ ਪਾਇਆ ਤੁਸੀਂ? ਬੰਗ ਭਸਮ ਆ ਜੀ, ਬੰਗ ਤੇ ਤਰਬੰਗ ਜਿਹੜੀ ਆ ਉਹ ਪੈਣੀ ਆ ਜੀ ਇਹਦੇ 'ਚ। ਔਰ ਇਹ ਜਿਹੜੀ ਵੀ ਆਪਾਂ ਪਾਵਾਂਗੇ ਆ ਬੱਚਿਆਂ ਨੂੰ ਇਸ ਕਰਕੇ ਇਹਨਾਂ ਤੇ ਹੱਥੀਂ ਬਣਵਾਈ ਦੀ ਵੀ 1 ਵਾਰੀ 2 ਵਾਰੀ 3 ਵਾਰੀ 4 ਵਾਰੀ ਤੋਂ ਬਾਅਦ ਇਹ ਆਪ ਬਣਾਉਣ ਲੱਗ ਜਾਣ। ਔਰ ਜਿੱਥੇ ਤੱਕ ਮੇਰੀ ਕੋਸ਼ਿਸ਼ ਹੈ ਕਿ ਮੈਂ ਪਤਾ ਨਹੀਂ ਪਰਮਾਤਮਾ ਨੇ ਕਦੋਂ ਸੱਦਾ ਦੇ ਕੇ ਸੱਦ ਲੈਣਾ, ਪਰ ਕੋਸ਼ਿਸ਼ ਹੈ ਵੀ ਮੇਰੇ ਮਰਨ ਤੋਂ ਪਹਿਲਾਂ ਮੈਂ 200-400-500 ਲੋਕਾਂ ਨੂੰ, ਬਜ਼ੁਰਗਾਂ ਨੇ 600-700 ਬੰਦੇ ਨੂੰ ਕੰਮ ਸਿਖਾਇਆ ਦਵਾਈਆਂ ਦਾ ਜੀ। ਤੇ ਮੈਂ ਪ੍ਰੇਰਨਾ ਵੀ ਮੇਰੇ ਦਾਦਾ ਜੀ ਦੀ ਮੈਨੂੰ ਰਹੀ ਹੈ ਤੇ ਮੈਂ ਉਹਨਾਂ ਦਾ ਰੀਣੀ ਵੀ ਆ ਕਿ ਮੇਰੇ ਵਰਗੇ ਬੰਦੇ ਨੂੰ ਨਹੀਂ ਅੱਜ ਰੁਲਦੇ ਫਿਰਦੇ ਰਾਮਗੜੀਆਂ ਦੇ ਮੁੰਡੇ ਆ ਤੇ ਜਾਂ ਕਿਤੇ ਇੱਟਾਂ ਉੱਟਾਂ ਜਾਂ ਦਰਵਾਜ਼ੇ ਲੋਕਾਂ ਦੇ ਲਾਉਂਦੇ ਹੁੰਦੇ, ਪਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਰਹੀ ਆ, ਉਹਨਾਂ ਨੇ ਪਰਦਾ ਢੱਕੀ ਰੱਖਿਆ ਗਾ ਜੀ। ਆ ਲਈ ਆ ਹੁਣ ਤੁਹਾਡੇ ਸਾਹਮਣੇ ਬਣ ਜਾਣੀ ਆ ਸਾਰੀ ਦਵਾਈ ਜੀ। ਔਰ ਇਹ ਮੇਰੀ ਕੋਸ਼ਿਸ਼ ਇਹ ਆ ਜੀ, ਹੁਣ ਮੈਂ ਐਤਕੀ ਜਿਹੜੇ ਬਜ਼ੁਰਗ ਨੇ ਜਿਹੜਿਆਂ ਨੇ ਬਹੁਤ ਥਾਵਾਂ ਤੋਂ ਦਵਾਈਆਂ ਲਈਆਂ ਨੇ, ਇਹਦਾ ਹੁਣ ਅਸੀਂ ਪੈਕਿੰਗ ਕਰਕੇ ਆਹ ਸਾਡੇ ਨਾਲ ਅਸੀਂ ਪੂਰੀ ਆਪਣੀ ਟੀਮ ਇੱਕ ਬਣਾਈ ਹੈ ਤੇ ਇਹਦੀਆਂ ਆਹ ਪੈਕਿੰਗਸ ਬਣਾ ਰਹੇ ਹਾਂ। ਇਹ ਅਲੱਗ-ਅਲੱਗ ਡੱਬੇ ਰੱਖੇ ਨੇ ਜੀ ਤੁਸੀਂ? ਇਹ ਆਹ ਡੱਬੀ ਜਿਹੜੀ ਹੈ ਜੀ ਇਹ ਕਿਸੇ ਹੋਰ ਫਾਰਮੇਸੀ ਵਾਸਤੇ ਆ, ਕੋਈ ਭਾਈ ਸਾਹਿਬ ਨੇ ਇਹ ਕੰਮ ਕਰਦੇ ਬਾਹਰ ਨੇ ਜੀ। ਉਹ ਆਹ ਸਾਰੀ ਦੀ ਸਾਰੀ ਡੱਬੀ ਹੈ ਜਿਹੜੀ ਇਹ ਜਿਹੜੇ ਚੰਗੇ ਪਰਿਵਾਰ ਨੇ ਜਿਹੜੇ ਇਸ ਚੀਜ਼ ਦੀ ਦਵਾਈਆਂ ਖਾਂਦੇ ਆ, ਪਹਿਲਾਂ ਉਹਨਾਂ ਨੇ ਖਾਧੀਆਂ ਨੇ। ਆਹ ਇੱਕ ਕੰਪਨੀ ਆ ਪੂਨੇ ਦੀ ਤੇ ਉਹਨਾਂ ਨੇ ਡੱਬੀ ਵੀ ਆਪਦੀ ਉੱਥੋਂ ਬਣਾ ਕੇ ਭੇਜੀ ਹੈ ਤੇ ਉਹਨਾਂ ਵਾਸਤੇ ਇਹ ਸਾਰਾ ਪ੍ਰੋਡਕਟ ਤਿਆਰ ਹੋ ਰਿਹਾ ਤੇ ਇਹ ਕਾਫੀ ਅੱਛੀਆਂ ਫੈਮਲੀਆਂ ਨੂੰ ਯੂਜ਼ ਕਰਦੀਆਂ। ਔਰ ਕੋਸ਼ਿਸ਼ ਸਾਡੀ ਇਹ ਵੀ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਉਹਨਾਂ ਨੂੰ ਵੀ ਅਸੀਂ ਡਾਈਟ ਪਲਾਨ ਕਰੀਏ, ਸਿਖਾਈਏ, ਦਵਾਈਆਂ ਬਣਾਉਣੀਆਂ ਸਿੱਖਣ ਤਾਂ ਕਿ ਕਿਸੇ ਨਾ ਕਿਸੇ ਸਹੀ ਇਲਾਜ ਲੋਕਾਂ ਦਾ ਹੋ ਸਕੇ। ਮੈਂ ਤਾਂ ਇਹ ਕਹਿਣਾ ਜੀ। ਵੈ ਜੀ ਆਖਰ ਦੇ ਵਿੱਚ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਹੁਣ ਤੱਕ ਆਪਣਾ ਆਰਥਿਕ ਸ਼ੋਸ਼ਣ ਕਰਵਾ ਚੁੱਕੇ ਨੇ, ਮਾਨਸਿਕ ਸ਼ੋਸ਼ਣ ਕਰਵਾ ਚੁੱਕੇ ਨੇ, ਆਪਣੀਆਂ ਜ਼ਮੀਨਾਂ ਜਾਇਦਾਦਾਂ ਛੋਟੇ ਐਸਿਡਸ ਨੇ ਜਿਹੜੇ ਵੇਚ ਕੇ ਉਹ ਗ੍ਰਸਤੀ ਦੀਆਂ ਦਵਾਈਆਂ ਖਾ ਕੇ ਕੰਗਾਲ ਹੋ ਚੁੱਕੇ ਨੇ? ਫਰੂਕੀ ਸਾਹਿਬ ਮੈਂ ਲੋਕਾਂ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਸਹਿਤ ਇਹੀ ਬੇਨਤੀ ਕਰਦਾ, ਆਪਾਂ ਉਦੋਂ ਸਾਰੀਆਂ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਜਿੱਥੋਂ ਦਵਾਈ ਲੈਣੀ ਹੈ ਨਾ ਜੀ ਬਹੁਤ ਘੱਟ ਦਵਾਈ ਲਓ ਜੀ। ਬਹੁਤ ਸਾਰੇ ਥਾਵਾਂ ਤੋਂ ਲੋਕਾਂ ਨਾਲ ਲੁੱਟ ਇਸ ਕਰਕੇ ਹੋ ਰਹੀ ਆ, ਰਗੜਨ ਵਾਲੀ ਆ, ਆਹ ਪੀਸਣ ਵਾਲੀ, ਇਹਨੂੰ ਪੀਸ ਲਓ ਸਵਰਨ ਬੰਗ ਨੂੰ ਨਾ। ਇੱਕ ਉਹ ਜਿਹੜੇ ਲੋਕ ਦਵਾਈਆਂ ਲੈਂਦੇ ਆ ਇਕੱਠੀ ਦਵਾਈ ਕਿਤੋਂ ਨਾ ਲਓ। ਜਿਹੜੀ ਆਯੁਰਵੇਦ ਦੀ ਸਹੀ ਦਵਾਈ ਆ ਉਹ ਤੁਹਾਨੂੰ ਹਫ਼ਤੇ ਜਾਂ 10 ਦਿਨ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਵੀ ਆਯੁਰਵੇਦ ਇੰਨਾ ਤੇਜ਼ ਆ ਵੀ ਹੁਣੇ ਦਵਾਈ ਖਾਧੀ 3-4 ਘੰਟਿਆਂ 'ਚ ਤੁਹਾਨੂੰ ਅਸਰ ਮਿਲ ਜੂਗਾ, ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜੀ ਦਵਾਈ ਸਹੀ ਆ ਔਰ ਸਹੀ ਮਹੀਨੇ 'ਚ ਦਵਾਈ ਬਣ ਜੇ ਨਾ ਜੀ ਤੇ ਸਹੀ ਜੜੀਆਂ ਬੂਟੀਆਂ ਤੇ ਮੇਲ ਸਾਡਾ ਠੀਕ ਹੋਵੇ। ਇਹ ਨਾ ਹੋਵੇ ਇੱਕ ਪਾਸੇ ਗਰਮ ਦਵਾਈਆਂ ਦੀ ਲੋੜ ਆ ਤਾਂ ਅਸੀਂ ਠੰਡੀਆਂ ਦੇਈ ਜਾਂਦੇ, ਠੰਡੀ ਵਾਲੇ ਨੂੰ ਗਰਮ ਦੇਈ ਜਾਂਦੇ ਆ। ਜੇ ਸਹੀ ਮਹੀਨੇ 'ਚ ਆਪਾਂ ਦਵਾਈ ਬਣਾਈਏ ਤੇ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਦੇ ਭੈ ਦੇ ਅੰਦਰ ਰੱਖ ਕੇ ਜੇ ਆਪਾਂ ਦਵਾਈ ਬਣਾਉਂਦੇ ਆ ਤੇ ਤੁਸੀਂ ਯਕੀਨ ਕਰਿਓ ਵੀ ਤੁਹਾਨੂੰ 5-6 ਦਿਨਾਂ ਦੇ ਵਿੱਚ ਮਰੀਜ਼ ਦੱਸਦਾ ਗਾ ਵੀ ਮੈਂ ਕੋਈ ਦਵਾਈ ਲਈ ਆ ਜੀ। ਜੇ ਹੁਣ ਆਪਾਂ ਐਵੇਂ ਚੱਕ ਕੇ ਦਵਾਈ ਕਿਸੇ ਨੂੰ 50,000 ਦੀ ਦਵਾਈਆਂ ਦੇਈ ਜਾਂਦਾ, ਬਹੁਤ ਸਾਰੇ ਮਰੀਜ਼ ਜਿਹੜੇ ਹੁਣ ਅਸੀਂ ਦੇਖੇ ਆ, ਕਿਸੇ ਨੇ 50,000 ਦੀ ਸੁਪਨਦੋਸ਼ ਦੀ ਦਵਾਈ ਲੈ ਲਈ, ਕਿਸੇ ਨੇ ਸੈਕਸ ਦੀ 75,000 ਦੀ ਦਵਾਈ ਲੈ ਲਈ। ਇੰਨਾ ਪੈਸਾ ਨਹੀਂ ਲੱਗਦਾ। ਮੇਰਾ ਖਿਆਲ ਕੋਈ ਚੀਜ਼ ਬਾਕੀ ਨਹੀਂ ਜਿਹੜੀ ਅਸੀਂ ਇਹਦੇ 'ਚ ਨਹੀਂ ਪਾਈ ਹੋਈ ਤੇ ਕੋਈ ਇਹ ਫਾਰਮੂਲਾ ਵੀ ਜਿਹੜਾ ਗਾ ਉਹ ਬਹੁਤ ਜਾਇਜ਼ ਰੇਟ 'ਤੇ ਆ। ਕੋਈ ਬਹੁਤ ਜ਼ਿਆਦਾ ਭਸਮਾਂ ਮਹਿੰਗੀਆਂ ਨਹੀਂ ਗੀਆਂ, ਪਰ ਤੁਹਾਨੂੰ ਸਾਰੀਆਂ ਭਸਮਾਂ ਪਹਿਲਾਂ ਪੜ੍ਹੀਆਂ ਹੋਣ,
ਕੱਲੀ ਭਸਮ ਦੀ ਤਸੀਰ ਬਾਰੇ ਤੁਹਾਨੂੰ ਨੌਲੇਜ ਹੋਵੇ। ਜਿਵੇਂ ਜਿੱਥੇ ਭਸਮਾਂ ਪੈਣੀ ਉੱਥੇ ਭਸਮਾਂ ਪਾਈਏ, ਉੱਥੇ ਪਿਸਟੀ ਨਾ ਪਾਈਏ। ਪਿਸਟੀਆਂ ਠੰਡੀਆਂ ਨੇ, ਭਸਮਾਂ ਗਰਮ ਨੇ, ਤਾਂ ਉਹ ਚੀਜ਼ਾਂ ਦਾ ਜਿਹੜਾ ਚੋਣ ਕਰਨਾ ਗਾ ਉਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਜਿੰਨੀ ਚੰਗੀ ਤੁਹਾਡੀ ਨੌਲੇਜ ਪ੍ਰੋਡਕਟਾਂ ਨੂੰ ਪੜ੍ਹ ਕੇ, ਇੱਕ ਮੈਂ ਦੇਖਿਆ ਵੀ ਵੀ ਬੱਚਿਆਂ ਨੂੰ ਮੈਂ ਸਾਰੇ ਤਰ੍ਹਾਂ ਦੇ ਗ੍ਰੰਥ ਪ੍ਰੋਵਾਈਡ ਕੀਤੇ ਆ। ਮੇਰੀ ਆਪਣੀ ਕੋਸ਼ਿਸ਼ ਹੈ ਕਿ ਜਿੰਨੇ ਬੱਚੇ ਇਹਨਾਂ ਨੂੰ ਫਾਰਮੂਲਿਆਂ ਨੂੰ ਪੜ੍ਹ ਲੈਣ, ਇਹਦੇ ਰੱਟੇ ਲਾ ਲੈਣ, ਜਾਂ ਹੱਥੀਂ ਪ੍ਰੈਕਟੀਕਲ ਕਰਾਉਣਾ ਬਹੁਤ ਜ਼ਰੂਰੀ ਹੈ। ਇੱਕ ਤੁਸੀਂ ਗ੍ਰੰਥ 'ਚ ਫਾਰਮੂਲਾ ਪੜ੍ਹਿਆ ਪਰ ਉਹਨੂੰ ਜਦ ਤੱਕ ਹੱਥੀਂ ਨਹੀਂ ਬਣਾਇਆ ਤੁਹਾਨੂੰ ਸਮਝ ਨਹੀਂ ਹੋਊਗੀ। ਹੁਣ ਇਹ ਜਦੋਂ ਰੋਜ਼ ਫਾਰਮੂਲਾ ਬਣਾਉਂਦੇ ਆ, ਲਗਭਗ ਡੇਲੀ ਕਿਸੇ ਨਾ ਕਿਸੇ ਦਵਾਈ ਨੂੰ ਤਿਆਰ ਕਰਦੇ ਆ, ਤਾਂ ਜਿਹੜੀ ਚੀਜ਼ ਹੱਥੀਂ ਬੱਚਾ ਸਿੱਖਦਾ ਤਾਂ ਉਹ ਇੱਕ ਫਿਰ ਉਹਦਾ ਇੱਕ ਸੰਸਕਾਰ ਬਣ ਜਾਂਦਾ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਦੀ ਤਰੱਕੀ ਕਰੂਗਾ। ਕੋਸ਼ਿਸ਼ ਇਹੀ ਹੈ ਕਿ ਪ੍ਰਮਾਤਮਾ ਕਰੇ, ਸੱਚੇ ਪਾਤਸ਼ਾਹ ਮਿਹਰ ਕਰਨ ਕਿ ਜਿੰਨੇ ਕੁ ਨੁਸਖੇ ਮੈਂ ਸਰਦਾਰ ਕੇਸਰ ਸਿੰਘ ਜੀ ਤੋਂ ਸਿੱਖੇ ਆ, ਮੇਰੇ ਨਾਲੋਂ ਵੀ ਜ਼ਿਆਦਾ ਨੁਸਖੇ ਜਿਹੜੇ ਮੈਂ ਉਹਨਾਂ ਤੋਂ ਸਿੱਖੇ ਉਹ ਤਾਂ ਹੈਗੇ ਹੀ ਆ, ਪਰ ਇਹ ਸਾਰੇ ਨੁਸਖੇ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਬੱਚਿਆਂ ਨੂੰ ਸਿਖਾਵਾਂ ਔਰ ਵੱਧ ਤੋਂ ਵੱਧ ਲੋਕ ਇਹਦਾ ਆਯੁਰਵੈਦਿਕ ਦਾ ਫਾਇਦਾ ਚੱਕਣ ਔਰ ਗਰੀਬੀ ਹਟੇ, ਇਮਾਨਦਾਰੀ ਦੇ ਨਾਲ ਕੰਮ ਕਰਨ। ਜਿੰਨੀ ਜ਼ਿਆਦਾ ਤੁਹਾਡੇ ਪੱਲੇ ਇਮਾਨਦਾਰੀ ਹੋਊ ਤੇ ਸੋਚ ਕੇ ਅਰਦਾਸ ਬੇਨਤੀ ਕਰਕੇ, ਔਰ ਮੇਰੀ ਕੋਸ਼ਿਸ਼ ਆ ਵੀ ਅੱਜ ਮੈਂ ਜੋਤ ਤੁਸੀਂ ਦੇਖ ਰਹੇ ਹੋ, ਜਦੋਂ ਵੀ ਪ੍ਰੋਡਕਟ ਬਣਾਉਂਦੇ ਆ ਤਾਂ ਅਰਦਾਸ ਬੇਨਤੀ ਕਰਦੇ ਆ ਤੇ ਆਪਦੇ ਜਿੱਥੇ ਗੁਰੂਆਂ ਦੇ ਮੂਹਰੇ ਅਰਦਾਸ ਬੇਨਤੀ ਕਰਦੇ, ਉੱਥੇ ਸਾਡੇ ਦਾਦਾ ਜੀ ਸਰਦਾਰ ਕੇਸਰ ਜੀ ਹੁਣ ਤਾਂ ਸਾਰਿਆਂ ਦੇ ਅਸੀਂ ਗੁਰੂ ਆਪਦਾ ਸਮਝਦੇ ਹਾਂ। ਏਮ ਸਾਡਾ ਇਹੀ ਹੈ ਵੀ ਉਹਨਾਂ ਨੂੰ ਧਿਆ ਕੇ ਵੀ ਤੁਸੀਂ ਇਹ ਜਿਹੜੀਆਂ ਚੀਜ਼ਾਂ ਸਿਖਾਈਆਂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ, ਬਜ਼ੁਰਗੋ ਕਿਰਪਾ ਕਰਿਓ। ਤੇ ਬਾਕੀ ਤਾਂ ਸਾਰੇ ਤਰ੍ਹਾਂ ਦੇ ਤੁਹਾਨੂੰ ਉਸਤਤ ਕਰਾਉਣੀ ਆ, ਨਿੰਦਿਆ ਕਰਾਉਣੀ ਆ, ਇਹ ਸਭ ਪਰਮਾਤਮਾ ਦੇ ਹੱਥ 'ਚ ਆ। ਕੋਸ਼ਿਸ਼ ਇਹ ਕਰੀਦੀ ਹੈ ਕਿ ਸਭ ਤੋਂ ਜ਼ਿਆਦਾ ਵਧੀਆ ਦਵਾਈ ਬਣਨ, ਲੋਕ ਉਹਦਾ ਲਾਹਾ ਲੈਣ ਔਰ ਉਹਨਾਂ ਦੀ ਗ੍ਰਸਤੀ ਜ਼ਿੰਦਗੀ 'ਚ ਖੁਸ਼ੀਆਂ ਆਉਣ। ਕੋਸ਼ਿਸ਼ ਇਹ ਜ਼ਰੂਰ ਕਰੀਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਵੈਦ ਜੀ, ਔਰ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਤੁਸੀਂ ਆਪਣੀ ਜ਼ਿੰਦਗੀ ਉਮਰ ਭਰ ਦੀ ਜਿਹੜੀ ਕਮਾਈ ਹੈਗੀ ਹੈ, ਨੁਸਖਾ ਹੈਗਾ, ਖਾਨਦਾਨੀ ਨੁਸਖਾ ਜਿਹੜਾ ਤੁਸੀਂ ਅੱਜ ਸਾਡੇ ਨਾਲ ਜਿਹੜਾ ਡਿਸਕਲੋਜ਼ ਕੀਤਾ, ਲੋਕਾਂ ਨੂੰ ਸਮਝਾਇਆ ਹੈ, ਔਰ ਅੱਗੇ ਤੁਸੀਂ ਇਹੀ ਗੱਲ ਰੱਖੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਮੁੰਡੇ ਕੁੜੀਆਂ ਆਉਣਗੇ ਇੱਥੇ, ਤੁਸੀਂ ਉਹਨਾਂ ਨੂੰ ਇਹ ਨੁਸਖੇ ਸਿਖਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਆਮ ਜ਼ਿੰਦਗੀ ਵਾਂਗੂ ਆਮ ਜਿਹੜੀ ਜਿਉਣ ਦਾ ਜਿਹੜਾ ਵੱਲ ਹੈਗਾ ਉਹ ਸਿਖਾਉਣ ਦੀ ਕੋਸ਼ਿਸ਼ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਜਗਦੀਪ ਸਿੰਘ, ਜਿਨ੍ਹਾਂ ਨੇ ਬੜੇ ਹੀ ਤਰੀਕੇ ਨਾਲ ਔਰ ਬੜੇ ਹੀ ਸਾਫ਼ ਸੁਥਰੇ ਗੱਲਬਾਤ ਕਰਕੇ ਇਹ ਦੱਸਿਆ ਹੈ ਕਿ ਜਿਹੜੇ ਫਾਰਮੂਲੇ ਨੇ ਕਿਸ ਤਰੀਕੇ ਨਾਲ ਬਣਦੇ ਨੇ, ਕਿਵੇਂ ਬਣਦੇ ਨੇ, ਕਿਵੇਂ ਇੱਥੇ ਜਿਹੜੀ ਇਹ ਸਿਖਲਾਈ ਹੈ, ਟ੍ਰੇਨਿੰਗ ਹੈ, ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਔਰ ਕਿੰਨੇ ਕੁ ਜਿਹੜੇ ਹਿਸਾਬ ਦੇ ਨਾਲ ਔਰ ਕਿੰਨੇ ਕੁ ਮਾਤਰਾ ਦੇ ਵਿੱਚ ਕਿਹੜੀਆਂ ਜਿਹੜੇ ਭਸਮ ਨੇ ਜਾਂ ਜਿਹੜੀਆਂ ਜੜੀ ਬੂਟੀਆਂ ਨੇ ਉਹਨਾਂ ਨੂੰ ਮਿਲਾਇਆ ਜਾਂਦਾ ਔਰ ਉਹਨਾਂ ਨੂੰ ਪਾਇਆ ਜਾਂਦਾ। ਪਰ ਨਾਲ ਹੀ ਵਿੱਚ ਅਸੀਂ ਵੀ ਤੁਹਾਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਬੇਸ਼ੱਕ ਅਸੀਂ ਤੁਹਾਨੂੰ ਫਾਰਮੂਲਾ ਸਾਰਾ ਦੱਸਤਾ, ਪਰ ਫਿਰ ਵੀ ਇਹਨੂੰ ਕਦੇ ਆਪਣੇ ਤੌਰ 'ਤੇ ਫਾਰਮੂਲਾ ਇੱਦਾਂ ਦਾ ਨਾ ਬਣਾਓ। ਫਿਰ ਇੱਕ ਵਾਰ ਵੈਦ ਜਗਦੀਪ ਜੀ ਹੋਰਾਂ ਨਾਲ ਕੰਸਲਟ ਜ਼ਰੂਰ ਕਰੋ। ਕੋਈ ਵੀ ਫਾਰਮੂਲਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਨੂੰ ਫਾਰਮੂਲੇ ਜ਼ਾਹਰ ਕਰਾਂਗੇ। ਸੋ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਦਿਓ। ਫਿਲਹਾਲ ਇਸ ਫਾਰਮੂਲੇ ਨਾਲ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ ਵੀਡੀਓ ਦੇ ਵਿੱਚ।